ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ। ਇੱਕ ਮੁਲਾਕਾਤ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਆ ਡਾਕਟਰ ਰਜੇਸ਼ ਸ਼ਰਮਾ, ਜਿਹੜੇ ਕਿ ਹੈੱਡ ਆਫ ਦ ਡਿਪਾਰਟਮੈਂਟ ਇੰਗਲਿਸ਼ ਡਿਪਾਰਟਮੈਂਟ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਤੋਂ। ਇਹ ਅਮਰੀਕਾ ਦੇ ਦੌਰੇ 'ਤੇ ਆਏ ਆ। ਇਹਨਾਂ ਨੂੰ ਜਦੋਂ ਅਸੀਂ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਪੰਜਾਬ ਦੀ ਜਾਂ ਹੋਰ ਕੁਝ ਸੂਬਿਆਂ ਦੀ ਜਿਹੜਾ ਉੱਥੋਂ ਦਾ ਸਿੱਖਿਆ ਦਾ ਜਿਹੜਾ ਪੱਧਰ ਆ ਉਹ ਐਡਾ ਚੰਗਾ ਨਹੀਂ ਚੱਲ ਰਿਹਾ, ਤਾਂ ਉਹਦੇ ਲਈ ਸੁਧਾਰ ਕਰਨ ਦੀ ਲੋੜ ਆ। ਉਹ ਕੀ ਸੁਧਾਰ ਹੋ ਸਕਦੇ ਆ, ਕਿਸ ਤਰੀਕੇ ਨਾਲ ਸਿੱਖਿਆ ਦਾ ਪੱਧਰ ਜਿਹੜਾ ਉਹ ਉੱਚਾ ਹੋ ਸਕਦਾ, ਅੱਜ ਦੀ ਇਸ ਮੁਲਾਕਾਤ ਵਿੱਚ ਅਸੀਂ ਗੱਲਬਾਤ ਕਰਾਂਗੇ ਡਾਕਟਰ ਰਜੇਸ਼ ਸ਼ਰਮਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਤੁਸੀਂ ਅਮਰੀਕਾ ਦੇ ਦੌਰੇ 'ਤੇ ਆਏ ਹੋ। ਇਹ ਨਿੱਜੀ ਦੌਰਾ ਕਿ ਕੋਈ ਵਿਸ਼ੇਸ਼ ਇਹਦੇ 'ਚ ਕੋਈ ਨਿੱਜੀ ਦੌਰਾ ਜੀ? ਤੇ ਕੀ ਸੋਚ ਕੇ ਆਏ ਹੋ ਜੀ, ਕੀ ਕਰੋਗੇ? ਮਿਊਜ਼ੀਅਮ ਦੇਖਣੇ ਜੀ, ਇੱਕ ਵਾਰ ਫਿਰ ਕੁਝ ਨਵੇਂ ਦੇਖਣੇ ਜੀ। ਕਿਤਾਬਾਂ ਦੀਆਂ ਦੁਕਾਨਾਂ 'ਤੇ ਚੱਕਰ ਲਗਾਉਣਾ ਹੈ, ਕਿਤਾਬਾਂ ਲੈਣੀਆਂ ਜੀ ਜੀ। ਔਰ ਪਿਛਲੇ ਹਫ਼ਤੇ ਯੋਸੇਮਿਟੀ ਗਏ ਸੀ ਜੀ। ਔਰ ਲੋਕਾਂ ਨੂੰ ਮਿਲਣਾ ਹੈ, ਮਿੱਤਰਾਂ ਨਾਲ ਗੱਲਾਂ ਬਾਤਾਂ ਕਰਨੀਆਂ ਤੇ ਪੰਜਾਬੀ ਲੋਕਾਂ ਦਾ ਸਾਹਿਤ ਸੁਣਨਾ ਹੈ। ਡਾਕਟਰ ਸਾਹਿਬ, ਤੁਸੀਂ ਅੰਗਰੇਜ਼ੀ ਵਿਭਾਗ ਦੇ ਮੁਖੀ ਹੋ ਜੀ, ਉਹ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀ। ਪਰ ਤੁਹਾਨੂੰ ਇਹ ਪੰਜਾਬੀ 'ਚ ਦਿਲਚਸਪੀ ਜਿਹੜੀ ਹੈ ਉਹ ਕਿਸ ਤਰ੍ਹਾਂ? ਪੰਜਾਬੀ ਹੈ ਜੀ, ਇਸ ਕਰਕੇ। ਦੂਸਰੀ ਗੱਲ ਇਹ ਹੈ ਕਿ ਮੈਂ ਮਹਿਸੂਸ ਕਰਨਾ ਕਿ ਦੁਨੀਆ ਦਾ ਸਾਹਿਤ ਪੜ੍ਹ ਕੇ ਪੰਜਾਬੀ ਦੇ ਸਾਹਿਤ ਨਾਲ ਜੋੜਨਾ, ਇਹ ਅੰਗਰੇਜ਼ੀ ਦੇ ਅਧਿਆਪਕਾਂ ਦਾ ਤੇ ਵਿਦਵਾਨਾਂ ਦਾ ਤੇ ਵਿਦਿਆਰਥੀਆਂ ਦਾ ਕੰਮ ਹੋਣਾ ਚਾਹੀਦਾ ਹੈ। ਜੀ ਜੀ ਜੀ। ਸੋ ਉਹ ਬ੍ਰਿਜ ਦਾ ਕੰਮ ਅਸੀਂ ਕਰ ਸਕਦੇ ਹਾਂ। ਠੀਕ ਹੈ ਕਿ ਪੰਜਾਬੀ ਦਾ ਸਾਹਿਤ ਦੁਨੀਆ ਤੱਕ ਲੈ ਕੇ ਜਾਈਏ ਤੇ ਦੁਨੀਆ ਦਾ ਪੰਜਾਬ ਤੱਕ ਲੈ ਕੇ ਜਾਈਏ। ਤੁਸੀਂ ਇੱਕ ਅਧਿਆਪਕ ਹੋ। ਅਧਿਆਪਕ ਜਿਹੜਾ ਹੁੰਦਾ ਉਹ ਬੜੀ ਇੱਕ ਜ਼ਿੰਮੇਵਾਰ ਸ਼ਖਸੀਅਤ ਜਿਹੜੀ ਉਹ ਗਿਣੀ ਗਈ ਆ। ਮੰਨੀ ਜਾਂਦੀ ਆ ਕਿ ਜੋ ਜਿਹੜਾ ਅਧਿਆਪਕ ਪੜ੍ਹਾਉਂਦਾ, ਉਹ ਜਿਹੜਾ ਸਟੂਡੈਂਟ ਆ ਸਾਰੀ ਉਮਰ ਉਹ ਗ੍ਰਹਿਣ ਕਰਕੇ ਰੱਖਦਾ। ਉਹਦਾ ਸੁਭਾਅ ਵੀ ਜਿਹੜਾ ਉਹ ਟੀਚਰ ਵਰਗਾ ਬਣ ਜਾਂਦਾ। ਉਹੋ ਜਿਹੀਆਂ ਉਹਦੀਆਂ ਆਦਤਾਂ ਹੁੰਦੀਆਂ, ਉਹੋ ਜਿਹੀ ਉਹਦੀ ਸੋਚਣੀ ਹੋ ਜਾਂਦੀ ਹੈ। ਤੇ ਇਹ ਬਹੁਤ ਸਾਰੀਆਂ ਇਹਦੀਆਂ ਕਥਾਵਾਂ ਵੀ ਬੜੀਆਂ ਆਈਆਂ ਹੋਈਆਂ ਦੁਨੀਆ 'ਚ ਕਿ ਸੁਣਨ 'ਚ ਹੁੰਦਾ ਕਿ ਜਦੋਂ ਅਧਿਆਪਕ ਨੇ ਜੋ ਕੀਤਾ ਉਹੀ ਉਹਦਾ ਸਟੂਡੈਂਟ ਵੀ ਉਸੇ ਤਰੀਕੇ ਦਾ ਹੋਊਗਾ ਜੀ। ਤੇ ਅੱਜ ਕੱਲ੍ਹ ਜਿਹੜਾ ਮਾਹੌਲ ਆ ਉਹ ਥੋੜ੍ਹਾ ਜਿਹਾ ਕੁਛ ਬਦਲਿਆ ਹੋਇਆ, ਚਾਹੇ ਉਹ ਐਜੂਕੇਸ਼ਨ ਦਾ ਜ਼ਮਾਨਾ ਤੇ ਚਾਹੇ ਉਹ ਕਿਤਾਬਾਂ ਬਾਰੇ ਆ। ਇਹ ਜਿਹੜਾ ਹੁਣ ਕਾਫੀ ਕੁਛ ਬਦਲ ਗਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੇਰਾ ਤਜਰਬਾ ਜੋ ਆਮ ਪਰਸੈਪਸ਼ਨ ਹੈ, ਧਾਰਨਾ ਹੈ, ਉਸ ਤੋਂ ਹਟ ਕੇ। ਅੱਛਾ ਜੀ। ਤੁਹਾਡੀ ਪਹਿਲੀ ਗੱਲ ਤਾਂ ਬਿਲਕੁਲ ਸਹੀ ਹੈ, ਕਿਉਂਕਿ ਮੈਂ ਆਪਣੇ ਆਪ 'ਚ ਦੇਖਣਾ ਕਿ ਮੇਰੇ ਅਧਿਆਪਕਾਂ ਦਾ ਮੇਰੇ 'ਤੇ ਕਿੰਨਾ ਅਸਰ ਹੈ ਜੀ। ਜਿਵੇਂ ਮੈਨੂੰ ਯਾਦ ਹੈ ਕਿ ਮੇਰੇ ਅਧਿਆਪਕ ਸੀ ਪ੍ਰੋਫੈਸਰ ਸਤਿੰਦਰ ਸਿੰਘ, ਸਰਕਾਰੀ ਕਾਲਜ ਹੁਸ਼ਿਆਰਪੁਰ। ਅੱਛਾ ਜੀ। ਮੈਂ BA ਪਾਰਟ ਪਹਿਲੇ ਦੇ ਵਿੱਚ ਕੋਈ ਕਵਿਤਾ ਲੈ ਕੇ ਉਹਨਾਂ ਕੋਲ ਗਿਆ ਜੀ ਕਿ ਮੈਨੂੰ ਥੋੜ੍ਹੀ ਸਮਝਾਓਗੇ। ਮੈਨੂੰ ਕਹਿੰਦੇ ਕਿ ਛੋਟੇ ਕੱਲ੍ਹ ਨੂੰ ਮਿਲੀ। ਅਗਲੇ ਦਿਨ ਉਸ ਕਵੀ ਦੀਆਂ ਐਲਫਰੈਡ ਟੈਨੀਸਨ ਦੀ ਕਵਿਤਾ ਦੀ ਗੱਲ ਹੈ, ਕੰਪਲੀਟ ਪੋਇਮਸ ਦੀ ਕਿਤਾਬ ਲੈ ਕੇ ਮੇਰੇ ਕੋਲ ਆਏ ਤੇ ਮੈਨੂੰ ਕਹਿੰਦੇ ਇਹ ਪੜ੍ਹ ਕੇ ਅਗਲੇ ਹਫ਼ਤੇ ਮੋੜ ਦੇਈ। ਅੱਛਾ ਜੀ। ਐਡੀ ਮੋਟੀ ਕਿਤਾਬ ਮੈਂ ਮੇਰੇ ਮੋਢੇ 'ਤੇ ਥਾਪੀ ਦਿੱਤੀ, ਮੈਨੂੰ ਕਹਿੰਦੇ ਤੂੰ ਪੜ੍ਹ ਲੈਣੀ। ਤੇ ਮੈਨੂੰ ਲੱਗਦਾ ਕਿ ਅੱਜ ਵੀ ਮੈਂ ਆਪਣੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਹੀ ਦੱਸਦਾ ਕਿ ਤੁਸੀਂ ਜੋ ਕਰ ਸਕਦੇ ਹੋ ਉਸ ਤੋਂ 10 ਗੁਣਾ ਵੱਧ ਕਰਨ ਦੀ ਕੋਸ਼ਿਸ਼ ਕਰੋ, ਕਰ ਲਓਗੇ। ਬਾਕੀ ਜਿੱਥੇ ਤੱਕ ਤੁਸੀਂ ਗੱਲ ਕਰਦੇ ਹੋ ਨਾ ਕਿ ਡਾਵਾਂਡੋਲ ਦੇ ਵਿੱਚ ਦੇਖੋ ਕਈ ਫੈਕਟਰ ਹੈ। ਆਮ ਤੌਰ 'ਤੇ ਜ਼ਿੰਮੇਵਾਰੀ ਠਹਿਰਾਈ ਜਾਂਦੀ ਹੈ ਅਧਿਆਪਕ ਦੀ, ਸੰਸਥਾ ਦੀ ਤੇ ਵਿਦਿਆਰਥੀ ਦੀ ਤੇ ਮਾਂ-ਬਾਪ ਦੀ ਜੀ। ਜਦ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਅਸੀਂ ਤੈਅ ਕਰਨ ਤੋਂ ਗੁਰੇਜ਼ ਕਰਦੇ ਹੋਣੀ ਸਰਕਾਰਾਂ ਦੀ ਚਾਹੀਦੀ। ਜਨਤਾ ਦੀ ਸਿੱਖਿਆ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ। ਇੱਕ ਉਹ ਜ਼ਮਾਨਾ ਸੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ 80ਵੀਆਂ ਦਾ, ਜਦੋਂ ਗ੍ਰਾਂਟ ਵੀ ਪੂਰੀ ਮਿਲਦੀ ਸੀ ਜੀ, ਵਿਦਿਆਰਥੀ ਵੀ ਪੂਰੇ ਹੁੰਦੇ ਸੀ, ਅਧਿਆਪਕ ਵੀ ਪੂਰੇ ਹੁੰਦੇ ਸੀ, ਲਾਇਬ੍ਰੇਰੀ ਭਰੀਆਂ ਹੁੰਦੀਆਂ ਸੀ, ਕਿਤਾਬਾਂ ਖਰੀਦੀਆਂ ਜਾਂਦੀਆਂ ਸੀ। ਹੁਣ ਪਬਲਿਕ ਐਜੂਕੇਸ਼ਨ ਨੂੰ ਹਿੰਦੁਸਤਾਨ 'ਚ ਫੰਡਿੰਗ ਨਹੀਂ ਮਿਲ ਰਹੀ, ਪ੍ਰਾਈਵੇਟ ਐਜੂਕੇਸ਼ਨ ਪ੍ਰਮੋਟ ਕੀਤੀ ਜਾ ਰਹੀ ਹੈ। ਔਰ ਪ੍ਰਾਈਵੇਟ ਐਜੂਕੇਸ਼ਨ ਜਨਤਾ ਦੇ ਭਲੇ ਲਈ ਨਹੀਂ, ਇਹ ਫਾਇਦੇ ਲਈ ਮੁੱਖ ਤੌਰ 'ਤੇ ਚਲਾਈ ਜਾਂਦੀ ਹੈ। ਤੁਸੀਂ ਹਾਇਰ ਐਜੂਕੇਸ਼ਨ 'ਚ ਹੈਗੇ ਹੋ, ਯੂਨੀਵਰਸਿਟੀ ਲੈਵਲ ਦੇ ਹੋ, ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਅੱਜ ਕੱਲ੍ਹ ਜਿਹੜੇ ਬਹੁਤੇ ਸਟੂਡੈਂਟ ਆ ਉਹ ਸ਼ੌਂਕ ਨੂੰ ਹੀ ਕਿਤੇ ਕਾਲਜ ਜਾਂ ਯੂਨੀਵਰਸਿਟੀ ਨੂੰ ਜਾਂਦੇ ਆ? ਇਹ ਕਾਲਜਾਂ ਦੇ ਵਿੱਚ ਤਾਂ ਕੁਛ ਹੱਦ ਤੱਕ ਠੀਕ ਹੈ ਜੀ, ਪਰ ਕੁਝ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਮੇਰਾ ਤਜਰਬਾ ਇਹ ਰਿਹਾ ਕਿ ਜਿੰਨੀ ਕੁ ਸਮਝ ਸਾਨੂੰ ਹੁੰਦੀ ਸੀ, ਜਿੰਨੀ ਕੁ ਮਿਹਨਤ ਅਸੀਂ ਕਰਦੇ ਸੀ, ਅੱਜ ਉਸ ਤੋਂ ਕਿਤੇ ਜ਼ਿਆਦਾ ਮਿਹਨਤ ਕਰਨ ਵਾਲੇ ਵਿਦਿਆਰਥੀ ਨੇ। ਔਰ ਬਹੁਤ ਹੋਏ ਹੀ ਪਿਛੜੇ ਇਲਾਕਿਆਂ ਦੇ, ਪਿਛੜੇ ਪਰਿਵਾਰਾਂ ਦੇ ਔਰ ਆਰਥਿਕ ਤੌਰ 'ਤੇ ਸੰਘਰਸ਼ ਕਰਨ ਵਾਲੇ ਪਰਿਵਾਰਾਂ ਦੇ ਬੱਚੇ, ਕੁੜੀਆਂ ਖਾਸ ਤੌਰ 'ਤੇ ਇੰਨਾ ਕਮਾਲ ਦਾ ਕੰਮ ਕਰਦੀਆਂ
ਬੇਸ਼ੱਕ ਉਹ ਸਕਾਲਰਸ਼ਿਪ ਹੈ, ਰਿਸਰਚ ਹੈ, ਪੜ੍ਹਾਈ ਹੈ, ਵਿਦਿਆਰਥੀ ਤੁਹਾਨੂੰ ਹਰ ਰੋਜ਼ ਹੈਰਾਨ ਕਰ ਰਹੇ ਤੇ। ਮੈਨੂੰ ਕਦੀ ਵਿਦਿਆਰਥੀਆਂ ਨੇ ਨਿਰਾਸ਼ ਨਹੀਂ ਕੀਤਾ, ਖਾਸ ਤੌਰ ਤੇ ਜਦੋਂ ਤੋਂ ਮੈਂ ਪਟਿਆਲੇ ਆਇਆ ਕਦੀ ਵੀ ਨਿਰਾਸ਼ ਨਹੀਂ ਹੋਇਆ। ਪਰ ਓਵਰਆਲ ਜਦੋਂ ਆਪਾਂ ਦੇਖਦੇ ਆ ਨਾ ਰਿਜ਼ਲਟ ਜਿਹੜੇ ਦੇਖਦੇ ਆ, ਉਹ ਰਿਜ਼ਲਟ ਪਹਿਲਾਂ ਵਾਲੇ ਨਹੀਂ ਹੈਗੇ। ਜਿਹੜੇ ਪਹਿਲਾਂ ਜਿਹੜੇ ਵਿਦਿਆਰਥੀ ਸੀਗੇ ਉਹ ਬੜੇ ਸੀਰੀਅਸ ਹੁੰਦੇ ਸੀ ਪੜ੍ਹਾਈ ਦਾ, ਉਹਨਾਂ ਦਾ ਇੱਕ ਏਮ ਹੁੰਦਾ ਸੀ ਵੀ ਅਸੀਂ ਪੜ੍ਹ ਕੇ ਤੇ ਆਹ ਬਣਨਾ, ਤੇ ਕੋਈ ਵੱਖਰਾਪਣ ਜਾਂ ਅਸੀਂ ਆਪਣਾ ਲੈ ਕੇ ਆਉਣਾ ਆਪਣੀ ਲਾਈਫ 'ਚ। ਉਹ ਹੁਣ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਵੇਲੇ ਲੋਕਾਂ 'ਚ ਹੈਗਾ, ਸਟੂਡੈਂਟਸ ਖਾਸ ਕਰਕੇ। ਦੇਖੋ ਉਹਦੇ 'ਚ ਇੱਕ ਤਾਂ ਕਮੀ ਹੈ ਵੀ ਗਾਈਡੈਂਸ ਦੀ ਜੀ। ਮਾਂ-ਬਾਪ ਦਾ ਬੱਚਿਆਂ ਦੇ ਨਾਲ ਗੱਲਬਾਤ ਦਾ ਰਿਸ਼ਤਾ ਬਹੁਤ ਪਤਲਾ ਰਹਿ ਗਿਆ ਜਾਂ ਟੁੱਟ ਗਿਆ। ਜੀ ਜੀ ਜੀ। ਬਹੁਤ ਸਾਰੇ ਬੱਚਿਆਂ ਦੇ ਨਾਲ ਤਾਂ ਮਾਂ-ਬਾਪ ਗੱਲ ਹੀ ਨਹੀਂ ਕਰਦੇ। ਮੈਂ ਕਹਿੰਦਾ ਬੱਚੇ ਨਹੀਂ ਕਰਦੇ। ਮੇਰਾ ਇਹ ਤਜਰਬਾ ਹੈ ਜੀ ਕਿ ਜਦੋਂ ਮੈਂ ਬੱਚਿਆਂ ਨੂੰ ਪੁੱਛਦਾ ਵੀ ਤੁਸੀਂ ਘਰ ਗਏ ਸੀ, ਬਾਪੂ ਨਾਲ ਗੱਲਬਾਤ ਹੋਈ, ਕਹਿਣਗੇ ਨਹੀਂ ਜੀ ਬਾਪੂ ਤਾਂ ਬਿਜ਼ੀ ਬੜਾ ਸੀ, ਉਹਨੂੰ ਟਾਈਮ ਨਹੀਂ ਕੱਢਿਆ। ਜੀ। ਪਰ ਇੱਥੇ ਇੱਕ ਬੜੀ ਤਰਾਸਦੀ ਇਸ ਵੇਲੇ ਚੱਲ ਰਹੀ ਆ ਕਿ ਜਿਹੜੇ ਬੱਚੇ ਆ ਨਾ ਜੀ, ਉਹ ਜਦੋਂ ਦਾ ਸੋਸ਼ਲ ਮੀਡੀਆ ਆਇਆ ਜੀ, ਜ਼ਿਆਦਾ ਉਹਦੇ 'ਚ ਦਿਲਚਸਪੀ। ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਹੈ। ਤੇ ਈਵਨ ਉਹ ਘਰਦਿਆਂ ਨੂੰ ਬੁਲਾਉਂਦੇ ਨਾ, ਉਹਨਾਂ ਦੇ ਆਉਣ ਦਾ ਪਤਾ ਲੱਗਦਾ ਨਾ ਜਾਣ ਦਾ ਪਤਾ ਲੱਗਦਾ। ਸੋਸ਼ਲ ਮੀਡੀਆ ਆਪਣੇ ਕਮਰੇ 'ਚ ਬਹਿ ਕੇ ਉਹਨਾਂ ਨੇ ਬਸ ਉਹ ਤੇ ਜਿਹੜਾ ਆਪਣਾ ਟਾਈਮ ਹੈ ਜਿਹੜਾ ਉਹ ਸਾਰਾ ਲਾਉਣਾ। ਪੜ੍ਹਾਈ ਤਾਂ ਉਹਨਾਂ ਨੇ ਕੀ ਕਰਨੀ ਹੁੰਦੀ ਹੈ। ਦੇਖੋ ਉੱਥੇ ਸਿੱਖਿਆ ਦੀ ਇਹ ਕਮੀ ਹੈ ਕਿ ਸਿੱਖਿਆ ਦੇ ਵਿੱਚ ਸੋਸ਼ਲ ਮੀਡੀਆ ਨੂੰ ਹੈਂਡਲ ਕਿੱਦਾਂ ਕਰਨਾ ਹੈ ਉਹ ਵੀ ਸਿਖਾਉਣਾ ਜ਼ਰੂਰੀ ਹੈ। ਕਿਉਂਕਿ ਸਿੱਖਿਆ ਇਸੇ ਚੀਜ਼ ਲਈ ਨਹੀਂ ਹੈ ਕਿ ਪਹਿਲੇ ਕੀ ਹੋ ਗਿਆ ਜਾਂ ਅੱਗੋਂ ਕੀ ਹੋਣਾ ਚਾਹੀਦਾ ਹੈ, ਯਾਨੀ ਫਿਊਚਰ ਦਾ ਔਰ ਪਾਸਟ ਲਈ ਨਹੀਂ ਹੈ, ਵਰਤਮਾਨ ਲਈ ਹੋਣੀ ਚਾਹੀਦੀ। ਸੋਸ਼ਲ ਮੀਡੀਆ ਨਾਲ ਡੀਲ ਕਿੱਦਾਂ ਕਰਨਾ, ਵਿਦਿਆਰਥੀ ਇਸ ਲਾਇਕ ਹੈਗੇ, ਲੇਕਿਨ ਅਗਰ ਉਹਨਾਂ ਨੂੰ ਚੇਤਨ ਕੀਤਾ ਜਾਏ। ਓਕੇ। ਸੋ ਜਿੱਦਾਂ ਸਾਡੇ ਸਬਜੈਕਟ ਹੈ, ਅੰਗਰੇਜ਼ੀ ਹੈ, ਸਾਹਿਤ ਹੈ, ਇਤਿਹਾਸ ਹੈ, ਦਰਸ਼ਨ ਹੈ, ਇਹਨਾਂ ਸਾਰਿਆਂ ਦੀ ਜਾਂ ਸਾਈਕੋਲੋਜੀ, ਇਹ ਸਾਰਿਆਂ ਦੇ ਵਿੱਚ ਸੰਭਾਵਨਾ ਹੈ ਕਿ ਵਿਦਿਆਰਥੀਆਂ ਨਾਲ ਸੋਸ਼ਲ ਮੀਡੀਆ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਇਹਦੇ ਬਾਰੇ ਗੱਲਬਾਤ ਲਗਾਤਾਰ ਕੀਤੀ ਜਾ ਸਕੇ ਔਰ ਉਹ ਸਮਝਦੇ। ਔਰ ਸੋਸ਼ਲ ਮੀਡੀਆ ਦਾ ਐਡਵਾਂਟੇਜ ਵੀ ਬਹੁਤ ਹੈ, ਲੇਕਿਨ ਇਨਫੋਰਮੇਸ਼ਨ ਤੋਂ ਨੌਲੇਜ ਤੱਕ, ਨੌਲੇਜ ਤੋਂ ਵਿਜ਼ਡਮ ਤੱਕ ਦੀ ਜਿਹੜੀ ਯਾਤਰਾ ਹੈ, ਇਹ ਤੈਅ ਕਰਨਾ ਤਾਂ ਅਧਿਆਪਕ ਦਾ ਕੰਮ ਹੈ ਨਾ, ਵਿਦਿਆਰਥੀ ਨੂੰ ਦੱਸਣਾ। ਲੇਕਿਨ ਜਦੋਂ ਅਧਿਆਪਕ ਹੋਣਗੇ ਹੀ ਨਹੀਂ, ਔਰ ਅੱਜ ਪੰਜਾਬ ਦੇ ਵਿੱਚ ਹਾਲਤ ਇਹ ਹੈ ਕਿ ਬਹੁਤ ਸਾਰੇ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਅਧਿਆਪਕਾਂ ਦਾ ਅਕਾਲ ਪੈ ਗਿਆ ਜੀ। ਕਈ ਕਾਲਜ ਐਸੇ ਜਿੱਥੇ 10% ਅਧਿਆਪਕ ਪੱਕੇ ਰਹਿ ਗਏ, ਬਾਕੀ ਰਿਟਾਇਰ ਹੋ ਚੁੱਕੇ ਜੀ ਜੀ ਜੀ। ਫਿਰ 20-20, 25-25, 10-10 ਹਜ਼ਾਰ ਤੇ PhD ਕੀਤੇ ਹੋਏ ਲੋਕ ਪੜ੍ਹਾ ਰਹੇ, ਉਹ ਵਿਚਾਰੇ ਕਲਾਸਾਂ ਜਾ ਕੇ ਕੀ ਕਰਾਉਣਗੇ। ਉਹੀ ਕਹਿੰਦਾ ਵੀ ਅਨਪਲਾਇਮੈਂਟ ਇੰਨੀ ਵੱਧ ਗਈ ਆ, ਲੋਕਾਂ ਦੀ ਰੁਚੀ ਇੰਨੀ ਹੁਣ ਇੱਧਰ ਵੀ ਅਸੀਂ ਟੀਚਿੰਗ ਲਾਈਨ ਚਾਹੀਏ, ਕਿਉਂਕਿ ਜੇ ਉਹਦੇ 'ਚ ਕੋਈ ਓਪਰਚੁਨਿਟੀ ਹੈ ਨਹੀਂ, ਤੁਹਾਨੂੰ ਕੋਈ ਤਨਖਾਹ ਸੈਲਰੀ ਜਿਹੜੀ ਆ ਉਹ ਚੰਗੀ ਨਹੀਂ ਮਿਲਣੀ, ਕੀ ਕਰਨਾ ਉਹਨੇ ਜਾ ਕੇ। ਤੇ ਜੇ ਚੰਗੇ ਅਧਿਆਪਕ ਨਹੀਂ ਹੋਣਗੇ ਤਾਂ ਬੱਚਿਆਂ ਨੂੰ ਕੀ ਸਿੱਖਿਆ ਦਿੱਤੀ ਜਾਊਗੀ। ਜਿਹੜੇ ਟੀਚਰ ਨੇ, ਇੱਕ PhD ਟੀਚਰ ਹੈ, ਜੇ 10,000 ਰੁਪਇਆ ਤਨਖਾਹ ਲੈ ਕੇ ਉਹਨੇ ਬੱਚਿਆਂ ਨੂੰ ਕੀ ਪੜਾਉਣਾ। ਬਿਲਕੁਲ। ਹੁਣ ਤਾਂ ਇਹਦੇ ਰਾਤ ਨੂੰ ਸਬਜ਼ੀ ਦਾਲ ਕੀ ਖਾਣੀ ਜੀ, ਇਹ ਸਮੱਸਿਆ ਬਹੁਤ ਬੜੀ ਹੈ। ਠੀਕ ਹੈ। ਉਹਦਾ ਕੀ ਇੱਕ ਤੇ ਦੇਖੋ ਕਈ, ਜੇ ਆਪਾਂ ਬੈਠੇ ਆ, ਚਲੋ ਜ਼ਰੂਰੀ ਆ ਆਪਾਂ ਗੱਲ ਕਰਨੀ, ਅਸੀਂ ਗੱਲ ਇਸ ਕਰਕੇ ਕਰਦੇ ਆ ਕਿ ਇਹ ਸਾਡੀ ਸਰਕਾਰ ਤੱਕ ਵੀ ਇਹ ਜਿਹੜੀ ਆ ਗੱਲ ਪਹੁੰਚੇ, ਤਾਂ ਕਿ ਜਿਹੜਾ ਸਿਸਟਮ ਹੈ, ਐਜੂਕੇਸ਼ਨ ਸਿਸਟਮ ਜਿਹੜਾ ਪੰਜਾਬ 'ਚ ਖਾਸ ਕਰਕੇ ਆ, ਉਹਨੂੰ ਥੋੜ੍ਹਾ ਜਿਹਾ ਉਹਨੂੰ ਠੀਕ ਕੀਤਾ ਜਾਵੇ। ਅਸੀਂ ਕੋਈ ਕਿਸੇ ਦੇ ਖਿਲਾਫ ਨਹੀਂ ਬੋਲਦੇ, ਸਰਕਾਰ ਦੇ ਖਿਲਾਫ ਕਦੇ ਨਹੀਂ ਬੋਲਦੇ, ਅਸੀਂ ਸਿਰਫ ਅਗਾਹ ਕਰਨਾ ਚਾਹੁੰਦੇ ਹਾਂ ਕਿ ਕੋਈ ਵੀ ਜਿਹੜਾ ਸਿਸਟਮ ਗਲਤ ਚੱਲ ਰਿਹਾ ਉਹਨੂੰ ਠੀਕ ਕੀਤਾ ਜਾਵੇ। ਅੱਜ ਦੀ ਡੇਟ 'ਚ ਅਸੀਂ ਇਹ ਦੇਖ ਰਹੇ ਹਾਂ ਕਿ ਉੱਥੇ ਬਹੁਤ ਸਾਰੇ ਜਿਹੜੇ ਅਧਿਆਪਕ ਸੜਕਾਂ 'ਤੇ ਬੈਠੇ ਆ, ਉਹਨਾਂ 'ਤੇ ਲਾਠੀ ਚਾਰਜ ਹੋ ਰਿਹਾ, ਉਹ ਸਿਰਫ ਨੌਕਰੀ ਮੰਗਣ ਜਾਂਦੇ ਆ ਵੀ ਸਾਨੂੰ ਨੌਕਰੀ ਦਿਓ। ਇੱਕ ਪਾਸੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਜਿਹੜੀਆਂ ਉਹ ਖਾਲੀ ਹੋਈਆਂ ਪਈਆਂ, ਸੀਟਾਂ ਖਾਲੀ ਆ, ਪੋਸਟਾਂ ਖਾਲੀ ਆ, ਪਰ ਜਿਹੜੇ ਅਧਿਆਪਕ ਅਵੇਲੇਬਲ ਵੀ ਆ, ਪਰ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ। ਰੀਜ਼ਨ ਕੀ ਆ? ਪੰਜਾਬ ਇਸ ਵੇਲੇ ਕਰਜ਼ੇ ਦਾ ਜਿਹੜਾ ਉਹ ਚੱਲ ਰਿਹਾ ਭਾਰ, ਤੇ ਪੈਸਾ ਹੈ ਨਹੀਂਗਾ, ਤੇ ਗੌਰਮੈਂਟ ਕੰਜੂਸੀ ਕਰਦੀ ਹੈ। ਜਦੋਂ ਇਹੋ ਜਿਹੀ ਗੱਲਾਂ ਬਾਤਾਂ ਹੋ ਜਾਣ, ਉੱਥੇ ਤੇ ਨੈਚੁਰਲ ਬੱਚੇ ਦਾ ਭਵਿੱਖ ਜਿਹੜਾ ਉਹ ਕੋਈ ਚੰਗਾ ਨਹੀਂ ਲੱਗਦਾ। ਦੇਖੋ ਪੰਜਾਬ ਦੀ ਕਿਸੇ ਵੀ ਸਰਕਾਰ ਲਈ ਬੜੀ ਵੱਡੀ ਚੁਣੌਤੀ ਹੈ। ਸਿੱਖਿਆ ਨੂੰ ਠੀਕ ਕਰਨਾ ਕੋਈ ਚੁਣੌਤੀ ਨਹੀਂ ਰਹੀ ਜੀ, ਲੇਕਿਨ ਉਹ ਕਿਉਂ ਸਿੱਖਿਆ ਨੂੰ ਨਜ਼ਰਅੰਦਾਜ਼ ਕਰਦੇ, ਉਹੀ ਜਵਾਬ ਦੇ ਸਕਦੇ ਜੀ ਜੀ। ਜੇ ਤੁਹਾਡਾ 1.5 ਲੱਖ ਕਰੋੜ ਦਾ ਸਾਲਾਨਾ ਬਜਟ ਹੋਵੇ, ਤੁਸੀਂ 2-3 ਹਜ਼ਾਰ ਕਰੋੜ ਰੁਪਇਆ ਸਿੱਖਿਆ ਲਈ ਨਹੀਂ ਕੱਢ ਸਕਦੇ ਜੀ ਜੀ। ਹੁਣ ਜਿਹੜੀ ਸਰਕਾਰ ਹੈ, ਜਿਸ ਤਰ੍ਹਾਂ ਉਹ ਸਕੂਲ ਸਿੱਖਿਆ 'ਤੇ ਬਹੁਤ ਜ਼ੋਰ ਦੇ ਰਹੀ, ਬਹੁਤ ਚੰਗੀ ਗੱਲ ਹੈ, ਸਿਹਤ 'ਤੇ ਬਹੁਤ ਜ਼ੋਰ ਦੇ ਰਹੀ ਹੈ, ਲੇਕਿਨ ਕਾਲਜ ਦੀ, ਯੂਨੀਵਰਸਿਟੀ ਦੀ ਸਿੱਖਿਆ ਦੀ ਗੱਲ ਕੌਣ ਕਰੇਗਾ? ਕੀ ਅਸੀਂ ਸਕੂਲਾਂ 'ਚ ਬੱਚਿਆਂ ਨੂੰ ਚੰਗਾ ਪੜ੍ਹਾ ਕੇ ਪ੍ਰਾਈਵੇਟ ਯੂਨੀਵਰਸਿਟੀ ਦੇ ਹਵਾਲੇ ਕਰਦੇ ਹਾਂ ਜੀ? ਦੂਸਰੀ ਗੱਲ, ਸਿਰਫ ਸਕੂਲਾਂ ਕਾਲਜਾਂ 'ਚ ਪੜ੍ਹਾਈ ਨਹੀਂ ਹੁੰਦੀ, ਘਰਾਂ 'ਚ ਵੀ ਹੁੰਦੀ, ਲਾਇਬ੍ਰੇਰੀਆਂ 'ਚ ਹੁੰਦੀ ਹੈ। ਪਬਲਿਕ ਲਾਇਬ੍ਰੇਰੀਆਂ ਸਾਡੇ ਦੇਖਦੇ ਪਿਛਲੇ 20-22 ਸਾਲ ਦੇ ਵਿੱਚ ਬਰਬਾਦ ਹੋ ਗਈਆਂ ਜੀ। ਬਿਲਕੁਲ। ਕਈ ਜ਼ਿਲ੍ਹਾ ਦੀਆਂ ਲਾਇਬ੍ਰੇਰੀ, ਜਿੱਦਾਂ ਹੁਸ਼ਿਆਰਪੁਰ ਦੀ ਲਾਇਬ੍ਰੇਰੀ ਹੈ, ਜਿੱਥੇ ਬੈਠ ਕੇ ਮੈਂ ਪੜ੍ਹਦਾ ਹੁੰਦਾ ਸੀ, ਉੱਥੇ ਮੇਰੇ ਖਿਆਲ 'ਚ ਤਾਂ ਹੁਣ ਬਿਲਕੁਲ ਹੀ ਬੰਦ ਹੋਣੀ। ਆਖਰੀ ਮੈਂ ਸੁਣਿਆ ਸੀ ਕਈ ਸਾਲ ਪਹਿਲੇ ਇੱਕ ਚਪੜਾਸੀ ਬਚਿਆ ਸੀ, ਕੋਈ ਭਰਤੀ ਨਹੀਂ
ਅੱਛਾ ਜੀ। 10-11 ਕਰੋੜ ਦੀਆਂ ਕਿਤਾਬਾਂ ਪਈਆਂ, ਲੇਕਿਨ ਕਿਤਾਬ ਲੈਣ ਵਾਲਾ ਦੇਣ ਵਾਲਾ ਬੰਦਾ ਨਹੀਂ। ਮੈਂ ਇਹ ਕਹਿ ਸਕਦਾ ਕਿ ਅਗਰ ਸਾਨੂੰ ਕਾਲਜ ਦੀ ਜਾਂ ਜ਼ਿਲ੍ਹੇ ਦੀ ਲਾਇਬ੍ਰੇਰੀ ਨਾ ਮਿਲਦੀ ਤਾਂ ਸ਼ਾਇਦ ਅਸੀਂ ਨਾ ਪੜ੍ਹ ਸਕਦੇ ਜੀ। ਕੀ ਮੁਹੱਲਾ ਕਲੀਨਿਕ ਚਲਾਉਣ ਵਾਲੇ ਮੁਹੱਲਾ ਲਾਇਬ੍ਰੇਰੀ ਨਹੀਂ ਖੋਲ੍ਹ ਸਕਦੇ? ਕਿ ਟਰਾਲੀਆਂ ਦੇ ਉੱਪਰ ਜਦੋਂ ਤੁਸੀਂ ਫਸਲਾਂ ਨਹੀਂ ਲੈ ਕੇ ਜਾਣੀਆਂ ਪੁਸਤਕਾਲੇ ਨਹੀਂ ਚਲਾਏ ਜਾ ਸਕਦੇ? ਕਿ 20 ਪਿੰਡਾਂ ਲਈ ਇੱਕ ਲਾਇਬ੍ਰੇਰੀ ਨਹੀਂ ਬਣਾਈ ਜਾ ਸਕਦੀ? ਤੁਸੀਂ ਲੋਕਾਂ ਨੂੰ ਸੱਦਾ ਦੇ ਦਿਓ, ਕਿਤਾਬਾਂ ਦੇ ਦੇਣਗੇ। ਪਰ ਇਹ ਉਹਨਾਂ ਨਹੀਂ ਕਰਨਾ ਨਾ ਜਿਹੜੇ ਆਪਣੇ ਨੇਤਾ ਕਹਿੰਦੇ ਉਹ ਅੱਗੇ ਆਉਣ। ਕਿਉਂ ਕੋਈ ਵੀ ਨੇਤਾ ਇਸ ਗੱਲ 'ਚ ਇੰਟਰਸਟਿਡ ਨਹੀਂ ਹੈ ਕਿ ਲੋਕਾਂ ਤੱਕ ਕਿਤਾਬਾਂ ਪਹੁੰਚਾਈਆਂ ਜਾਣ? ਮੈਂ ਪੰਜਾਬੀ ਯੂਨੀਵਰਸਿਟੀ ਦੀ ਪਬਲੀਕੇਸ਼ਨ ਬਿਊਰੋ ਦਾ ਡਾਇਰੈਕਟਰ ਹਾਂ 1 ਸਾਲ ਜੀ। ਅਸੀਂ ਕਿਤਾਬਾਂ ਦਾ ਮੇਲਾ ਲਾਉਂਦੇ ਹਾਂ ਹਰ ਸਾਲ। ਕੋਵਿਡ ਤੋਂ ਬਾਅਦ ਜਿਹੜਾ ਹੁਣ ਮੇਲਾ ਲੱਗਿਆ ਉਸ ਤਕਰੀਬਨ 1.5 ਤੋਂ 2 ਕਰੋੜ ਦੀਆਂ ਕਿਤਾਬਾਂ 5 ਦਿਨਾਂ 'ਚ ਵਿਕੀਆਂ ਜੀ। ਅਸੀਂ ਸਿਰਫ ਡਿਕਸ਼ਨਰੀ ਦੀ ਸੇਲ ਲਾਈ ਹੈ 3-4 ਦਿਨ ਲਈ, 1.25 ਲੱਖ ਦੀ ਕਿਤਾਬ ਤੋਂ ਵੱਧ ਵਿਕੀ। ਲੋਕ ਪੈਸੇ ਖਰਚਦੇ ਆ, ਕਿਤਾਬ ਮਿਲੇ ਤਾਂ ਸਹੀ ਜੀ। ਬਹੁਤ ਸਾਰੀ ਦੁਕਾਨਾਂ 'ਤੇ ਤੁਹਾਨੂੰ ਕੰਪੀਟੀਸ਼ਨ ਦੀਆਂ ਕਿਤਾਬਾਂ ਮਿਲਦੀਆਂ, ਲੇਕਿਨ ਹੋਰ ਕੋਈ ਸੀਰੀਅਸ ਪੜ੍ਹਾਈ ਦੀ ਕਿਤਾਬ ਨਹੀਂ ਜੀ। ਬਿਲਕੁਲ। ਲਾਇਬ੍ਰੇਰੀ ਬੰਦ ਹੋ ਗਈਆਂ, ਕਾਲਜਾਂ ਦੇ ਕੋਲ ਗ੍ਰਾਂਟ ਨਹੀਂ ਆਉਂਦੀ, ਯੂਨੀਵਰਸਿਟੀ ਕੋਲ ਗ੍ਰਾਂਟ ਨਹੀਂ ਹੈ, ਮੇਰੀ ਯੂਨੀਵਰਸਿਟੀ ਕੋਲ ਗ੍ਰਾਂਟ ਨਹੀਂ ਆਉਂਦੀ ਕਿਤਾਬਾਂ ਲਈ ਜੀ। ਬਿਲਕੁਲ। ਜਿਹੜੀ ਕੌਮ 'ਚ ਜਾਂ ਜਿਹੜੇ ਦੇਸ਼ 'ਚ ਜਾਂ ਜਿਹੜੀ ਪ੍ਰਾਂਤ 'ਚ ਸਿੱਖਿਆ ਹੀ ਹੈ ਨਹੀਂ ਗੀ, ਉੱਥੇ ਤਰੱਕੀ ਕੀ ਹੋਣੀ ਆ? ਕਿਉਂਕਿ ਬੇਸਿਕ ਜਿਹੜਾ ਤਰੱਕੀ ਕਰਨ ਦਾ ਜਿਹੜਾ ਬੇਸਿਕ ਉਹ ਸਿੱਖਿਆ ਹੋਣਾ ਬਹੁਤ ਜ਼ਰੂਰੀ ਹੈ। ਜੇ ਕਿਸੇ ਕੋਲ ਕੋਈ ਐਜੂਕੇਸ਼ਨ ਨਹੀਂ ਆ, ਉਹਦੇ ਕੋਲ ਕੋਈ ਡਿਗਰੀ ਨਹੀਂ ਆ, ਉਹਦੇ ਕੋਲ ਕੋਈ ਕੁਆਲੀਫਿਕੇਸ਼ਨ ਨਹੀਂ, ਉਸ ਕੰਟਰੀ ਨੇ ਜਾਂ ਉਸ ਸਟੇਟ ਨੇ ਤਰੱਕੀ ਕੀ ਕਰਨੀ ਹੈ? ਸਭ ਤੋਂ ਪਹਿਲਾਂ ਜਿਹੜਾ ਧਿਆਨ ਆ ਉਹ ਇਸ ਡਿਪਾਰਟਮੈਂਟ ਵੱਲ ਦੇਣਾ ਚਾਹੀਦਾ। ਪੰਜਾਬ ਦੀ ਵਿਰਾਸਤ ਹੀ ਰਹੀ ਹੈ। ਦੇਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਦੇ ਵਿੱਚ ਮਹਾਨ ਪੁਸਤਕ ਹੈ, ਗ੍ਰੰਥ ਹੈ ਜੀ। ਉਸ ਤੋਂ ਇੰਨੀ ਗੱਲ ਅਸੀਂ ਸਿੱਖ ਲਈਏ ਕਿ ਬਈ ਅਸੀਂ ਉੱਥੋਂ ਪ੍ਰੇਰਣਾ ਲੈ ਕੇ ਤੇ ਲੋਕਾਂ ਨੂੰ ਪੜ੍ਹਨ ਵੱਲ, ਚਿੰਤਨ ਕਰਨ ਵੱਲ, ਮੰਨਣ ਵੱਲ ਲਗਾਉਣਾ ਹੈ ਜੀ। ਅਸੀਂ ਤਾਂ ਉਹ ਵੀ ਨਹੀਂ ਕਰਦੇ ਜੀ। ਨਹੀਂ ਕਰਦੇ। ਤੁਸੀਂ ਖੁਦ ਵੀ ਕਿਤਾਬਾਂ ਲਿਖੀਆਂ ਜੀ? ਮੇਰੀਆਂ 6-7 ਕਿਤਾਬਾਂ 6-7 ਕਿਤਾਬਾਂ ਤੁਸੀਂ ਆਪ ਵੀ ਪੰਜਾਬੀ 'ਚ ਜੀ। ਕਾਹਦੇ ਬਾਰੇ ਹੈ ਜੀ? ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਇੱਕ ਕਿਤਾਬ ਮੇਰੀ ਆਈ ਸੀ ਇਨਡਿਸਪਲਿਨਸ। ਅੱਛਾ ਜੀ। ਉਹ ਸੀ ਕਲਚਰ, ਐਜੂਕੇਸ਼ਨ ਔਰ ਪੋਲੀਟਿਕਸ ਤੇ 30-35 ਐਸੇਜ਼ ਉਹਦੇ 'ਚ। ਉਸ ਤੋਂ ਬਾਅਦ ਹਰਭਜਨ ਸਿੰਘ ਹੁੰਦਲ ਦੀਆਂ ਚੋਣੀਆਂ ਕਵਿਤਾਵਾਂ ਪੰਜਾਬੀ ਤੋਂ ਅੰਗਰੇਜ਼ੀ 'ਚ ਕੀਤੀਆਂ ਸੀ। ਫਿਰ ਮੈਂ ਯੂਰਪੀ ਔਰ ਰਸ਼ੀਅਨ ਕਵਿਤਾ ਪੰਜਾਬੀ 'ਚ ਕੀਤੀ ਹੈ। ਅੱਛਾ। ਫਿਰ ਪਾਸ਼ ਔਰ ਲਾਲ ਸਿੰਘ ਦਿਲ ਦੀ ਕਵਿਤਾ ਅਗਲੀ ਕਿਤਾਬ ਆ ਰਹੀ 1-2 ਮਹੀਨੇ ਜਾ ਜਾਏਗੀ। ਓਕੇ। ਤੇ ਰਵਿੰਦਰ ਨਾਥ ਟੈਗੋਰ ਦੀ ਸਟ੍ਰੇ ਬਰਡਸ ਦੀ ਮੈਂ ਪੰਜਾਬੀ ਅਨੁਵਾਦ ਕੀਤਾ ਹੈ, ਮੌਜੀ ਪਰਿੰਦੇ 2 ਸਾਲ ਪਹਿਲੇ। ਅੱਛਾ। ਤੇ ਕਾਫੀ ਵਰਕ ਆ ਤੁਹਾਡਾ। ਹਾਂਜੀ, 3-4 ਕਿਤਾਬਾਂ ਪਾਈਪਲਾਈਨ। ਤੁਸੀਂ ਮੈਨੂੰ ਬਹੁਤੀਆਂ ਕਿਤਾਬਾਂ ਜਿਹੜੀਆਂ ਦਿਖਾਈਆਂ ਪੰਜਾਬੀ ਲੈਂਗੁਏਜ 'ਚ ਦਿਖਾਈਆਂ, ਤੁਸੀਂ ਖੁਦ ਤੇ ਅੰਗਰੇਜ਼ੀ ਡਿਪਾਰਟਮੈਂਟ ਦੇ ਹੈੱਡ ਆਫ ਦ ਡਿਪਾਰਟਮੈਂਟ ਹੋ। ਇਹ ਕੀ ਸਾਰਾ ਸਿਸਟਮ ਕਿਸ ਤਰ੍ਹਾਂ ਚੱਲਿਆ? ਦੇਖੋ, ਇੱਕ ਜਿਸ ਕਹਾਂਗੇ ਭਈ ਡਾਇਕੋਟਮੀ ਦੇ ਵਿੱਚ, ਡਿਵੀਜ਼ਨ 'ਚ ਅਸੀਂ ਆਪ ਵੱਡੇ ਹੋਏ, ਮੈਨੂੰ ਲੱਗਦਾ ਉਹ ਗਲਤ ਸੀ ਜੀ। ਭਈ ਤੁਸੀਂ ਜਿਸ ਵਿਸ਼ੇ ਜਾਂ ਜਿਸ ਭਾਸ਼ਾ 'ਚ ਕੰਮ ਕਰਦੇ ਹੋ ਉਹਦੇ ਪ੍ਰਤੀ ਵਫਾਦਾਰੀ ਦਾ ਮਤਲਬ ਹੈ ਕਿ ਦੂਜੀਆਂ ਭਾਸ਼ਾਵਾਂ ਦੇ ਨਾਲ ਤੁਸੀਂ ਕੋਈ ਰਾਬਤਾ ਨਾ ਰੱਖੋ ਜੀ। ਮੈਂ ਮਹਿਸੂਸ ਕਰਦਾ ਕਿ ਪੰਜਾਬੀ ਔਰ ਹਿੰਦੀ ਪੜ੍ਹਨ ਕਰਕੇ ਮੇਰੀ ਅੰਗਰੇਜ਼ੀ ਵਿਲੱਖਣ ਤਰ੍ਹਾਂ ਦੀ ਹੈ। ਅੱਛਾ। ਜਿਹੜੇ ਲੋਕ ਅੰਗਰੇਜ਼ੀ ਪੜ੍ਹਦੇ ਜਾਂ ਸਿਰਫ ਅੰਗਰੇਜ਼ੀ ਪੜ੍ਹਦੇ ਉਹ ਮੈਨੂੰ ਕਹਿੰਦੇ। ਇਸੇ ਤਰ੍ਹਾਂ ਮੈਂ ਮਹਿਸੂਸ ਕਰਦਾ ਕਿ ਪੰਜਾਬੀ 'ਚ ਜੇ ਮੇਰੀ ਮੁਹਾਰਤ ਨਹੀਂ ਹੈ ਪੜ੍ਹਨ 'ਚ, ਕਮ ਸੇ ਕਮ ਲਿਖਣ ਦੀ ਤਾਂ ਬਹੁਤ ਲੰਬੀ ਯਾਤਰਾ ਹੈ, ਤਾਂ ਮੈਂ ਅੰਗਰੇਜ਼ੀ ਦਾ ਵੀ ਚੰਗਾ ਪਾਠਕ ਔਰ ਅਧਿਆਪਕ ਨਹੀਂ ਹੋ ਸਕਦਾ ਜੀ। ਜੀ ਜੀ। ਔਰ ਕੋਈ ਵੀ ਤੁਸੀਂ ਭਾਸ਼ਾ ਨਵੀਂ ਸਿੱਖਦੇ ਹੋ, ਜਿਹੜੀਆਂ ਭਾਸ਼ਾਵਾਂ ਤੁਹਾਨੂੰ ਆਉਂਦੀਆਂ ਹੈ ਉਹਦੇ 'ਚ ਤੁਹਾਨੂੰ ਨਵੀਂ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਰਜਿਸਟਰ ਮਿਲਦੇ, ਨਵੀਆਂ ਸੰਭਾਵਨਾਵਾਂ ਬਣਦੀਆਂ। ਮੈਂ ਅਨੁਵਾਦ ਵੀ ਇਸ ਕਰਕੇ ਕਰਦਾ ਜੀ ਕਿ ਇੱਕ ਕਿਤਾਬ ਨੂੰ ਦੂਜੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਸੋਚੋਗੇ, ਕਿਸ ਤਰ੍ਹਾਂ ਉਹਦੀ ਕਲਪਨਾ ਕਰੋਗੇ ਤੇ ਉਹਨੂੰ ਕਿੱਦਾਂ ਲਿਖੋਗੇ। ਸੋ ਪੰਜਾਬੀ ਤਾਂ ਇਹ ਕਹਿ ਲਈਏ ਕਿ ਆਪਣੀ ਰੂਹ 'ਚ ਵਸਦੀ ਹੈ ਜੀ। ਜੀ ਬਿਲਕੁਲ। ਇਸ ਕਰਕੇ ਉਸ ਤੋਂ ਬਗੈਰ ਤਾਂ ਲੱਗਦਾ ਕਿ ਗੱਲ ਬਣਦੀ ਨਹੀਂ ਜੀ। ਬਿਲਕੁਲ। ਪਰ ਇਸ ਦੇ ਨਾਲ ਹੀ ਮੈਂ ਇਹ ਵੀ ਮੰਨਦਾ ਵੀ ਭਾਸ਼ਾਈ ਤੌਰ 'ਤੇ ਕੋਈ ਫਨੈਟਿਸਿਜ਼ਮ ਨਹੀਂ ਹੋਣਾ ਚਾਹੀਦਾ, ਕਿਉਂਕਿ ਭਾਸ਼ਾ ਖੂਨ 'ਚ ਨਹੀਂ ਹੁੰਦੀ, ਰੂਹ 'ਚ ਤਾਂ ਹੋ ਸਕਦੀ ਹੈ ਜੀ। ਅਸੀਂ ਇਹ ਕਹੀਏ ਕਿ ਬਾਇਓਲੋਜੀਕਲ ਨਹੀਂ। ਨੈਬੋਕੋਵ ਨੇ ਅੰਗਰੇਜ਼ੀ ਸਿੱਖੀ, ਨੋਬੈਲ ਪ੍ਰਾਈਜ਼ ਲਿਆ। ਕੌਨਰੈਡ ਨੇ ਬਹੁਤ ਲੇਟ ਅੰਗਰੇਜ਼ੀ ਸਿੱਖੀ। ਸੋ ਅੰਗਰੇਜ਼ੀ, ਸੰਸਕ੍ਰਿਤ, ਉਰਦੂ, ਪਰਸ਼ੀਅਨ, ਕੋਈ ਵੀ ਭਾਸ਼ਾ ਸਿੱਖ ਲਈ ਹੈ ਜੀ। ਜੀ। ਲੇਕਿਨ ਆਪਣੀ ਭਾਸ਼ਾ ਦੇ ਆਧਾਰ 'ਤੇ ਜੀ, ਉਹਦੀ ਫਾਊਂਡੇਸ਼ਨ 'ਤੇ ਹੀ ਨਵੀਂ ਭਾਸ਼ਾ ਖੜੀ ਕੀਤੀ ਜਾ ਸਕਦੀ। ਬਹੁਤ ਅੱਛਾ ਜੀ। ਇਸ ਕਰਕੇ ਮੈਨੂੰ ਲੱਗਦਾ ਕਿ ਜਿਉਂ ਅਸੀਂ ਉੱਤੇ ਉਸ ਭਾਸ਼ਾ ਦੇ ਫਾਊਂਡੇਸ਼ਨ 'ਤੇ ਦੂਜੀ ਭਾਸ਼ਾ ਖੜੀ ਕਰਦੇ ਹਾਂ, ਉਹ ਫਾਊਂਡੇਸ਼ਨ ਵੀ ਅਮੀਰ ਹੁੰਦੀ ਹੈ। ਤੁਸੀਂ ਬੱਚਿਆਂ 'ਚ, ਸਟੂਡੈਂਟਸ 'ਚ ਬਹੁਤ ਜ਼ਿਆਦਾ ਵਿਚਰਦੇ ਹੋ। ਮੇਰਾ ਖਿਆਲ ਹੈ ਵੀ ਇੱਕ ਅਧਿਆਪਕ ਤੋਂ ਜ਼ਿਆਦਾ ਕੋਈ ਵੀ ਇਹੋ ਜਿਹਾ ਸ਼ਖਸੀਅਤ ਨਹੀਂ ਹੋਊਗੀ ਜਿਹੜੇ ਕਿ ਇਹਨਾਂ ਬੱਚਿਆਂ 'ਚ ਦਾ ਵਿਚਰਦਾ ਹੋਊਗਾ। ਤੁਹਾਡੇ ਹਿਸਾਬ ਨਾਲ ਅੱਜ ਦੀ ਡੇਟ ਦੇ ਵਿੱਚ ਕਿੰਨੀ ਕੁ ਉਹਨਾਂ ਨੂੰ ਦਿਲਚਸਪੀ ਹੈਗੀ ਆ ਕਿਤਾਬਾਂ ਪੜ੍ਹਨ 'ਚ? ਲਾਇਬ੍ਰੇਰੀ 'ਚੋਂ ਕਢਾ ਕੇ ਪੜ੍ਹਨੀਆਂ, ਆਪਣੀਆਂ ਤਾਂ ਚਲੋ ਪੜ੍ਹਨੀਆਂ ਹੀ ਹੁੰਦੀਆਂ,
ਜਾਂ ਖਰੀਦ ਕੇ ਪੜ੍ਹਨੀਆਂ, ਕੋਈ ਹੈ ਇਸ ਤਰ੍ਹਾਂ ਦਾ ਤੁਹਾਨੂੰ ਮਾਹੌਲ ਲੱਗ ਰਿਹਾ? ਬਹੁਤ ਹੈ। ਕਮੀ ਹੈ ਤਾਂ ਕਮੀ ਉਸ ਮਾਹੌਲ 'ਚ ਹੈ ਜਿਸ ਦੇ ਵਿੱਚ ਕਿਤਾਬਾਂ ਦੀ ਬਹੁਤੀ ਗੱਲ ਨਹੀਂ ਕੀਤੀ ਜਾਂਦੀ। ਬਿਹਤਰੀਨ ਯੂਨੀਵਰਸਿਟੀਆਂ ਹਿੰਦੁਸਤਾਨ ਦੀਆਂ ਵੀ ਉਹੀ ਹੈ ਜਿੱਥੇ ਲੋਕ ਕਿਤਾਬਾਂ ਦੀ ਗੱਲਾਂ ਕਰਦੇ ਆ ਜੀ। ਮੈਂ ਦੇਖਿਆ ਕਿ ਕਈ ਲੋਕ ਕਿਤਾਬਾਂ ਵੱਲ ਇਸ ਕਰਕੇ ਰੁਚੀ ਨਹੀਂ ਰੱਖਦੇ ਕਿਤਾਬਾਂ ਦੇ ਪ੍ਰਤੀ ਕਿ ਉਹਨਾਂ ਨਾਲ ਕਦੀ ਕਿਸੇ ਨੇ ਕਿਤਾਬਾਂ ਦੀ ਗੱਲ ਹੀ ਨਹੀਂ ਕੀਤੀ। ਜਦੋਂ ਤੁਸੀਂ ਜਾ ਕੇ ਕਲਾਸ ਦੇ ਵਿੱਚ ਕਿਤਾਬਾਂ ਦੀ ਗੱਲ ਕਰਦੇ ਹੋ, ਨਵੀਂ ਕਿਤਾਬਾਂ ਦੀ ਗੱਲ ਕਰਦੇ ਹੋ, ਤਾਂ ਮੈਂ ਦੇਖਦਾ ਕਿ ਬਹੁਤ ਸਾਰੇ ਬੱਚੇ ਕਿਤਾਬਾਂ ਵੱਲ ਤੁਰ ਪੈਂਦੇ ਆ ਔਰ ਦੇਖਦੇ ਤੁਰ ਪੈਂਦੇ ਆ। ਔਰ 1 ਸਾਲ ਦੇ ਵਿੱਚ ਮੈਂ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਜੀ ਪੂਰੀ ਤਰ੍ਹਾਂ ਟਰਾਂਸਫਰਮੇਸ਼ਨ ਹੁੰਦੀ ਦੇਖੀ। ਕਿਉਂਕਿ ਮੇਰੇ ਅਧਿਆਪਕ ਨੇ ਮੈਨੂੰ ਕਿਹਾ ਸੀ, ਜਿਹਨਾਂ ਦੀ ਮੈਂ ਗੱਲ ਕੀਤੀ ਹੈ, ਕਹਿੰਦੇ ਤੁਸੀਂ ਜਦੋਂ 400-500 ਸਫ਼ੇ ਦੀ ਕਿਤਾਬ ਪੜ੍ਹ ਲੈਂਦੇ ਹੋ ਤਾਂ ਤੁਹਾਨੂੰ ਵੈਸੇ ਹੀ ਆਪਣੇ ਉੱਤੇ ਭਰੋਸਾ ਹੋ ਜਾਂਦਾ ਕਿ ਮੈਂ ਪੜ੍ਹ ਲਵਾਂਗਾ, ਫਿਰ ਤੁਸੀਂ ਤੁਰ ਪੈਂਦੇ ਹੋ। ਔਰ ਮੈਂ ਦੇਖਿਆ ਕਿ ਇਹ ਨੁਸਖਾ ਚੰਗਾ ਹੈ ਜੀ। ਜਿਹੜੇ ਬੱਚਿਆਂ ਨੂੰ ਕਦੀ ਕਿਸੇ ਅਧਿਆਪਕ ਨੇ ਕਿਹਾ ਨਹੀਂ ਕਿਤਾਬਾਂ ਪੜ੍ਹੋ, ਕਿਉਂਕਿ ਮੈਂ ਐਸੇ ਅਧਿਆਪਕ ਦੇਖੇ ਹੈ, ਮੈਂ ਉਹਨਾਂ ਤੋਂ ਪੜ੍ਹੇ ਹਾਂ ਜਿਹੜੇ ਕਹਿੰਦੇ ਨੇ ਕਿਤਾਬਾਂ ਪੜ੍ਹ ਕੇ ਲੈਣਾ ਕੀ ਹੈ, ਅਸੀਂ ਤਾਂ ਪੜ੍ਹਦੇ ਨਹੀਂ। ਪਰ ਜਿਵੇਂ ਅੱਜ ਦੇ ਜ਼ਮਾਨੇ 'ਚ ਇਲੈਕਟ੍ਰੋਨਿਕ ਮੀਡੀਆ ਨੂੰ ਕਹਿੰਦੇ ਆ, ਇਲੈਕਟ੍ਰੋਨਿਕ ਮੀਡੀਆ ਨਾਲ ਤਾਂ ਮਤਲਬ ਇਹ ਆਮ ਹੀ ਕਿਹਾ ਜਾਂਦਾ ਕਿ ਜਿਹੜਾ ਕਿਤਾਬਾਂ ਦਾ ਜਿਹੜਾ ਰੁਝਾਨ ਉਹ ਖਤਮ ਹੋ ਚੁੱਕਾ। ਨਹੀਂ, ਐਸੀ ਕੋਈ ਗੱਲ ਨਹੀਂ। ਇੰਨਾ ਹੈ ਕਿ ਕਿਤਾਬਾਂ ਦਾ ਪਲੇਟਫਾਰਮ ਚੇਂਜ ਕਰ ਗਿਆ ਹੈ। ਬਹੁਤ ਸਾਰੇ ਲੋਕ ਆਡੀਓ ਬੁੱਕ ਯੂਜ਼ ਕਰਦੇ ਹੈ ਨਾ, ਬਹੁਤ ਸਾਰੇ ਲੋਕ PDF ਤੋਂ ਪੜ੍ਹਦੇ। ਮੇਰੀ ਆਪਣੀ ਕਲਾਸ ਦੇ ਵਿੱਚ ਮੈਂ ਕਦੀ ਨਹੀਂ ਕਿਹਾ ਕਿ ਤੁਸੀਂ ਕਿਤਾਬ ਹੀ ਲੈ ਕੇ ਆਓ, ਛਪੀ ਹੋਈ ਕਿਤਾਬ ਹੋਵੇ। ਕਈ ਸਟੂਡੈਂਟ ਆਈਪੈਡ ਖੋਲ੍ਹ ਕੇ ਬੈਠੇ ਹੁੰਦੇ, ਟੈਬਲੇਟ ਖੁੱਲ੍ਹੀ ਹੁੰਦੀ, ਖੋਲ੍ਹਣ ਮੈਨੂੰ ਕੀ, ਟੈਕਸਟ ਪੜ੍ਹਨੀ ਹੈ ਨਾ, ਬਸ ਤੁਹਾਡੇ ਕੋਲ ਹੋਣੀ ਚਾਹੀਦੀ। ਔਰ ਬਲਕਿ ਫਾਇਦਾ ਹੋ ਗਿਆ। ਸਾਡੇ ਵਕਤ ਹੁੰਦਾ ਸੀ ਕਿ ਅਸੀਂ ਕਿਤਾਬ ਲੈਣੀ ਹੁੰਦੀ ਸੀ, ਦਿੱਲੀ ਜਾਂ ਬੰਬਈ ਜਾਂਦੇ ਸੀ ਕਿਵੇਂ ਲੱਭਣ ਲਈ। ਹੁਣ ਇੱਥੇ ਤੁਹਾਨੂੰ ਬੈਠੇ ਡਾਊਨਲੋਡ ਕਰ ਲੈਂਦੇ ਹੋ ਜੀ, ਗੂਗਲ ਤੇ ਬਹੁਤ ਕੁਝ ਜੀ। ਵਿਦਿਆਰਥੀ ਲਈ ਖੋਜ ਕਰਨੀ ਬੜੀ ਸੌਖੀ ਹੋ ਗਈ, ਖਾਸ ਤੌਰ 'ਤੇ ਜਿਨ੍ਹਾਂ ਦੀ ਭਾਸ਼ਾ ਦੇ ਵਿੱਚ ਜਿਵੇਂ ਅੰਗਰੇਜ਼ੀ ਹੈ, ਅੰਗਰੇਜ਼ੀ 'ਚ ਇੰਨਾ ਕੁਛ ਮੌਜੂਦ ਹੈ ਇਸ ਵੇਲੇ ਕਿ ਕੋਈ ਇਹ ਨਹੀਂ ਕਹਿ ਸਕਦਾ ਜੀ ਮੈਨੂੰ ਕਿਤਾਬਾਂ ਮਿਲਦੀਆਂ ਨਹੀਂ। ਔਰ ਇਸ ਕਰਕੇ ਅਸੀਂ ਇੱਦਾਂ ਦੀ ਖੋਜ ਕਰਾ ਸਕਦੇ ਹਾਂ ਜਿੱਥੇ ਸਾਨੂੰ ਪਤਾ ਹੁੰਦਾ ਕਿ ਅਜੇ ਤੱਕ ਹੋਈ ਕੋਈ ਨਹੀਂ, ਨਵਾਂ ਕੰਮ ਹੋ ਸਕਦਾ। ਓਵਰਆਲ ਇਲੈਕਟ੍ਰੋਨਿਕ ਮੀਡੀਆ ਦੇ ਆਉਣ ਦੇ ਨਾਲ ਪੜ੍ਹਨ ਵਾਲੇ ਬੰਦਿਆਂ ਦੇ ਲਈ ਔਰ ਪੜ੍ਹਨ ਦੀ ਕਲਚਰ ਦੇ ਲਈ ਲੈਵਲ ਉੱਚਾ ਹੋਇਆ, ਨੀਵਾਂ ਨਹੀਂ ਹੋਇਆ, ਇਹ ਮੈਂ ਕਹਿ ਸਕਦਾ। ਬੇਸ਼ੱਕ ਮੇਰੇ ਕੋਲ ਕੋਈ ਸਰਵੇ ਰਿਪੋਰਟ ਨਹੀਂ ਹੈ, ਪਰ ਮੇਰੀ ਇਹ ਅੰਡਰਸਟੈਂਡਿੰਗ ਹੈ ਆਪਣੇ ਤਜਰਬੇ ਤੇ। ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਜਾਂ ਕੋਈ ਪਿਛਲੇ 15-20 ਸਾਲਾਂ ਤੋਂ ਕਹਿ ਲਓ ਵੀ ਆਪਾਂ ਕਹਿ ਸਕਦੇ ਹਾਂ ਕਿ ਇੰਨਾ ਕੁ ਸਮਾਂ ਹੋ ਗਿਆ ਕਿ ਬਾਹਰਲੇ ਮੁਲਕਾਂ ਵੱਲ ਨੂੰ ਬੜਾ ਭੱਜਦੇ ਆ। ਉਹ ਕਹਿੰਦੇ ਜੀ +2 ਕੀਤੀ ਤੇ ਬਾਹਰ ਹੀ ਪੜ੍ਹਨਾ। ਉਹਦੇ ਨਾਲ ਇਹ ਵੀ ਪਤਾ ਲੱਗਿਆ ਕਿ ਯੂਨੀਵਰਸਿਟੀਆਂ ਇਸ ਵੇਲੇ ਖਾਲੀ ਪਈਆਂ। ਯੂਨੀਵਰਸਿਟੀਆਂ ਤਾਂ ਨਹੀਂ, ਲੇਕਿਨ ਕਾਲਜ ਖਾਲੀ ਹੋ ਗਏ। ਕਾਲਜ ਬਹੁਤ ਸਾਰੇ। ਇਹਦਾ ਕੀ ਰੀਜ਼ਨ, ਕਿਉਂ ਭੱਜਦੇ ਬਾਹਰ ਲੋਕ ਤੁਹਾਡੇ ਹਿਸਾਬ ਨਾਲ? ਉਹਨਾਂ ਨੂੰ ਲੱਗਦਾ ਕਿ ਉੱਥੇ ਥੋੜ੍ਹੇ ਜਿਹੇ ਕੋਈ ਡਿਪਲੋਮਾ ਕਰ ਲਾਂਗੇ, ਸਰਟੀਫਿਕੇਟ ਕਰ ਲਾਂਗੇ ਤਾਂ ਰੋਟੀ ਖਾਣ ਜੋਗੇ ਹੋ ਜਾਣਗੇ, ਉਸ ਤੋਂ ਬਾਅਦ ਅੱਗੇ ਜਾਣ ਦੇ ਰਸਤੇ ਵੀ ਖੁੱਲੇ, ਬੈਟਰ ਓਪਰਚੁਨਿਟੀ ਤੁਸੀਂ ਕਹਿ ਸਕਦੇ। ਬਿਲਕੁਲ ਹੈਗੀ। ਮੇਰੇ ਆਪਣੇ ਬੱਚੇ ਦੋਨੋਂ ਬਾਹਰ, ਇਸ ਕਰਕੇ ਨਹੀਂ ਕਿ ਮੈਂ ਇੱਥੇ ਰੱਖਣਾ ਨਹੀਂ ਚਾਹੁੰਦਾ, ਲੇਕਿਨ ਉਹਨਾਂ ਨੂੰ ਮੌਕਾ ਮਿਲਿਆ। ਛੋਟੀ ਬੇਟੀ ਹੈ ਉਹ +2 ਕਰਕੇ ਪੜ੍ਹਨ USA ਆ ਗਈ, ਉਹਨੂੰ ਇੱਥੇ ਹੀ ਹੈ। ਅਤੇ ਬੜੀ ਬੇਟੀ ਹੈ ਉਹ ਫਿਜ਼ੀਓਥੈਰੇਪੀ ਦੀ ਮਾਸਟਰਸ ਕਰਨ ਤੋਂ ਬਾਅਦ ਕੁਛ ਤਾਂ ਦਿੱਲੀ ਨੌਕਰੀ ਕੀਤੀ ਉਹਨੇ, ਫਿਰ ਉਹ ਇੰਗਲੈਂਡ ਆ ਗਈ। ਸਿਸਟਮ ਉੱਥੇ ਨਾ ਠੀਕ ਹੋਣ ਦੀ ਵਜ੍ਹਾ ਕਰਕੇ ਵੀ ਬੱਚੇ ਬਾਹਰ ਨੂੰ ਭੱਜਦੇ ਹੋਣ। ਵਜ੍ਹਾ ਇਹ ਹੈ ਜੀ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਸਿਸਟਮ ਹੀ ਠੀਕ ਨਹੀਂ ਹੈ। ਉਹ ਸਿਸਟਮ ਠੀਕ ਕਰਨ ਦੀ ਜ਼ਿੰਮੇਵਾਰੀ ਕਿਹਦੀ ਹੈ? ਬਿਊਰੋਕ੍ਰੇਸੀ ਦੀ ਤੇ ਪੋਲੀਟੀਕਲ ਕਲਾਸ ਦੀ। ਜੇ ਉਹ ਆਪਣਾ ਘਰ ਭਰਨ 'ਚ ਹੀ ਲੱਗੇ ਰਹਿਣਗੇ ਤਾਂ ਕੌਣ ਠੀਕ ਕਰੇਗਾ? ਕੋਈ ਇਸ ਤਰ੍ਹਾਂ ਦਾ ਤਰੀਕਾ ਕੋਈ ਕਦੇ ਕਿਸੇ ਨੇ ਕੋਸ਼ਿਸ਼ ਕੀਤੀ ਹੈ ਕਿ ਉੱਥੇ ਕੋਈ ਕਾਨਫਰੰਸਾਂ ਕਰਾਈਆਂ ਜਾਣ, ਕੋਈ ਬੁੱਧੀਜੀਵੀ ਇਕੱਠੇ ਕੀਤੇ ਜਾਣ, ਬੱਚਿਆਂ ਨੂੰ ਉੱਥੋਂ ਦੇ ਜਿਹੜੇ ਸਥਾਨਕ ਪੜ੍ਹਾਈ ਹੈ, ਐਜੂਕੇਸ਼ਨ ਸਿਸਟਮ ਵੱਲ ਹੀ ਜੋੜਿਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਵੀ ਤੁਹਾਡੀ ਜਿਹੜੀ ਲਾਈਫ ਉਹਨਾਂ ਨੂੰ ਗੌਰਮੈਂਟ ਨੂੰ ਨਾਲ ਜੋੜ ਕੇ ਕਿਹਾ ਜਾਵੇ ਵੀ ਅਸੀਂ ਸਿਕਿਉਰ ਕਰਾਂਗੇ, ਤੁਸੀਂ ਇੱਥੇ ਡਿਗਰੀ ਕਰੋ, ਤੁਹਾਡੀ ਜਿਹੜੀ ਤੁਹਾਨੂੰ ਕੋਈ ਨਾ ਕੋਈ ਅੱਗੇ ਓਪਰਚੁਨਿਟੀ ਮਿਲੂਗੀ। ਕੋਈ ਇਸ ਤਰ੍ਹਾਂ ਦਾ ਕੋਈ ਸਮਾਂ ਆਉਣ ਵਾਲੇ ਸਮੇਂ ਵਿੱਚ ਕੋਈ ਹੈ ਇਸ ਤਰ੍ਹਾਂ ਦੀ? ਕੋਈ ਪਿਛਲੇ ਸਮੇਂ ਵਿੱਚ ਤਾਂ ਇਸ ਤੋਂ ਉਲਟ ਹੋਇਆ ਸੀ ਜੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਕ IAS ਅਫਸਰ ਦੀ ਡਿਊਟੀ ਲਗਾਈ ਸੀ। ਮੈਂ ਇਸ ਕਰਕੇ ਕਹਿ ਸਕਦਾ ਕਿਉਂਕਿ ਮੈਂ ਉਸ ਕਮੇਟੀ 'ਚ ਮੈਨੂੰ ਇੱਕ ਵਾਰੀ ਜਾਣ ਦਾ ਮੌਕਾ ਮਿਲਿਆ, ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਇਹ ਤੈਅ ਕਰਨਾ ਹੈ ਕਿ IELTS ਕਰਾ ਕੇ ਲੋਕਾਂ ਨੂੰ ਬਾਹਰ ਭੇਜਣ ਦੇ ਲਈ ਸਰਕਾਰ ਆਪਣੀ ਏਜੰਸੀ ਚਲਾਇਆ ਕਰੇਗੀ। ਇਸ ਤੋਂ ਵੱਧ ਸ਼ਰਮ ਦਾ ਗੱਲ ਕੀ ਹੋ ਸਕਦੀ? ਬਾਹਰ ਭੇਜ ਰਹੇ ਕਿ ਅਸੀਂ ਤਾਂ ਕੁਝ ਦੇ ਹੀ ਨਹੀਂ ਸਕਦੇ। ਵਾਹ, ਅਸੀਂ ਕਿਉਂ ਨਹੀਂ ਦੇ ਸਕਦੇ? ਜੇ ਸਾਡੇ ਬੱਚੇ ਬਾਹਰ ਜਾ ਕੇ ਇੰਨਾ ਕਾਮਯਾਬ ਹੋ ਸਕਦੇ ਤਾਂ ਪੰਜਾਬ 'ਚ ਕਿਉਂ ਨਹੀਂ ਹੋ ਸਕਦੇ? ਹਿੰਦੁਸਤਾਨ 'ਚ ਕਿਉਂ ਨਹੀਂ ਹੋ ਸਕਦੇ? ਗੁਰਗਾਮ 'ਚ ਵੀ ਬੜੇ ਕਾਮਯਾਬ ਹੈ, ਮੋਹਾਲੀ 'ਚ ਬੜੇ ਕਾਮਯਾਬ ਹੈ ਜੀ। ਮੇਰੇ ਅੰਗਰੇਜ਼ੀ ਦੇ ਵਿਦਿਆਰਥੀ ਕੋਈ ਸਿਸਕੋ 'ਚ ਕੰਮ ਕਰਦਾ ਪਿਆ, ਕੋਈ ਗੂਗਲ 'ਚ, ਅਮਰੀਕਾ ਹੈਗੀ, ਆਪਣਾ ਕੰਮ ਵੀ ਕਰਦੇ ਆ, ਨੌਕਰੀਆਂ ਵਧੀਆ ਕਰਦੇ ਜੀ। ਮਤਲਬ ਕੋਈ ਯੋਗਤਾ ਦੀ ਕਮੀ ਨਹੀਂ, ਠੀਕ ਹੈ, ਸਰਕਾਰ ਵੱਲੋਂ ਕਮੀ ਹੈ। ਪਰ ਆਪਾਂ ਜੇ ਇਸ ਗੱਲ ਨੂੰ ਇੱਧਰ ਵੀ ਜੋੜੀਏ ਕਿ ਆਲਰੇਡੀ ਇੰਨੇ ਐਜੂਕੇਟਡ ਉਹਨਾਂ ਨੂੰ ਤਾਂ ਨੌਕਰੀ ਨਹੀਂ ਮਿਲਣ ਡੀਆਂ, ਅਤੇ ਬਾਕੀਆਂ ਨੂੰ ਅਗਲਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਪੜ੍ਹ ਕੇ ਉਹਨਾਂ ਨੂੰ ਕੀ ਨੌਕਰੀਆਂ ਮਿਲਣਗੀਆਂ? ਮੈਨੂੰ ਦੁੱਖ ਹੈ ਜੀ ਇਸ ਗੱਲ ਕਹਿਣ ਦਾ ਕਿ ਮੇਰੇ
PhD ਦੇ ਕਈ ਵਿਦਿਆਰਥੀ ਅਜੇ ਤੱਕ ਪੱਕੀ ਨੌਕਰੀ ਨਹੀਂ ਲੈ ਸਕੇ। ਅੰਗਰੇਜ਼ੀ ਦੀ ਇਹ ਗੱਲ ਹੈ, ਪੰਜਾਬੀ ਦੀ ਤਾਂ ਹਾਲਤ ਇਸ ਤੋਂ ਵੀ ਮਾੜੀ ਹੈ ਜੀ, ਕਿਉਂਕਿ ਪੰਜਾਬੀ ਦੇ ਵਿੱਚ ਖੋਜਾਰਥੀ ਦੇ ਲਈ ਨੌਕਰੀ ਕਰਨਾ ਬਹੁਤ ਔਖਾ ਹੈ। ਪੰਜਾਬ ਤੋਂ ਬਾਹਰ ਬਹੁਤ ਘੱਟ ਸੰਭਾਵਨਾ ਹੈ, ਮੌਕੇ ਬਹੁਤ ਥੋੜ੍ਹੇ, ਦੁਨੀਆ 'ਚ ਬਹੁਤ ਥੋੜ੍ਹੇ। ਅੰਗਰੇਜ਼ੀ ਦੀ ਤਾਂ ਥਾਂ ਥਾਂ 'ਤੇ। ਮੈਂ ਐਸੇ ਵਿਦਿਆਰਥੀਆਂ ਦੀ ਗੱਲ ਕਰ ਸਕਦਾ, ਲੇਕਿਨ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਜਿਹੜੇ PhD ਕਰਨ ਤੋਂ ਬਾਅਦ 10-15 ਸਾਲ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਧੱਕੇ ਖਾ ਕੇ ਕੈਨੇਡਾ ਜਾਂ ਆਸਟ੍ਰੇਲੀਆ ਚਲੇ ਗਏ ਵੀ ਉੱਥੇ ਜਾ ਕੇ ਅਸੀਂ ਕੌਫੀ ਵੇਚ ਲਾਂਗੇ, ਵੇਟਰ ਦਾ ਕੰਮ ਕਰ ਲਾਂਗੇ, ਲੇਕਿਨ ਇੱਥੇ ਨਹੀਂ ਰਹਿਣਾ। ਮਤਲਬ ਇਹ ਸਰਕਾਰ ਨੂੰ ਬੈਟਰ ਓਪਰਚੁਨਿਟੀ ਕਰਕੇ ਮੈਂ ਤਾਂ ਲਿਖਿਆ ਵੀ ਸੀ, ਪਰ ਕੌਣ ਪਰਵਾਹ ਕਰਦਾ ਹੈ? 2 ਵਾਰੀ ਤੁਹਾਨੂੰ ਟੈਲੀਫੋਨ ਕਰ ਦੇਣਗੇ, ਹਾਂਜੀ ਜੀ ਬਹੁਤ ਬੁਰੀ ਗੱਲ ਹੈ, ਲੇਕਿਨ ਕੋਈ ਹਾਲਾਤ ਨੂੰ ਠੀਕ ਕਰਨ ਲਈ ਗੰਭੀਰ ਨਹੀਂ ਹੈਗੇ। ਮਤਲਬ ਕਹਿ ਸਕਦੇ ਹਾਲੇ ਆਉਣ ਵਾਲੇ ਭਵਿੱਖ ਵਿੱਚ ਬੱਚਿਆਂ ਦਾ ਜਿਹੜਾ ਖਾਸ ਕਰਕੇ ਨੌਜਵਾਨਾਂ ਦਾ ਭਵਿੱਖ, ਨੌਜਵਾਨਾਂ ਦਾ ਬਿਲਕੁਲ ਹਾਲੇ ਤੇ ਕੁਝ ਦਿਸਦਾ ਨਹੀਂ। ਤੁਸੀਂ ਤੇ ਗੱਲ ਕਰਦੇ ਹੋ ਕਿ ਇਹਨਾਂ ਨੂੰ ਐਜੂਕੇਸ਼ਨ ਦੇਣ ਦੀ, ਮੈਨੂੰ ਤਾਂ ਲੱਗਦਾ ਯੂਨੀਵਰਸਿਟੀਆਂ ਸਾਰੀਆਂ ਸੈਂਟਰਲ ਗਵਰਨਮੈਂਟ ਨੇ ਆਪਣੇ ਅੰਡਰ ਕਰ ਲੈਣੀਆਂ। ਹੁਣ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸਿਸਟਮ ਚੱਲ ਰਿਹਾ ਤੇ ਉਹ ਲੈ ਕੇ ਜਾ ਰਹੇ ਸੈਂਟਰ ਦੇ ਅੰਡਰ। ਪਤਾ ਨਹੀਂ ਜੀ ਸੈਂਟਰ ਦੇ ਅੰਡਰ ਜਾਣਗੇ ਜਾਂ ਜਿੱਦਾਂ ਹਾਲਾਤ ਚੱਲੇ ਹੋਏ ਆ। ਔਰ ਇਹ ਡਾਕਟਰ ਮਨਮੋਹਨ ਸਿੰਘ ਤੋਂ ਪਹਿਲੇ ਚੱਲ ਪਏ ਸੀ, ਨਰਸਿਮਹਾ ਰਾਓ ਦੇ ਟਾਈਮ ਤੋਂ, ਜਦੋਂ ਉਹਨਾਂ ਨੇ ਐਜੂਕੇਸ਼ਨ ਨੂੰ ਹਿਊਮਨ ਰਿਸੋਰਸ ਮਿਨਿਸਟਰੀ ਦਾ ਨਾਮ ਦੇ ਦਿੱਤਾ ਸੀ। ਪ੍ਰਾਈਵੇਟਾਈਜ਼ ਕਰਨ ਨੂੰ ਤੁਰ ਪਿਆ ਹੈ। ਓਕੇ, ਤੁਸੀਂ ਇਸ ਵੇਲੇ ਦੇਖੋ ਕਿ ਪੰਜਾਬ ਦੀਆਂ ਸਰਕਾਰੀ ਔਰ ਸੈਂਟਰਲ ਯੂਨੀਵਰਸਿਟੀਆਂ ਦੀ ਟੋਟਲ ਜਿੰਨੀ ਵਿਦਿਆਰਥੀਆਂ ਦੀ ਗਿਣਤੀ ਹੈ, ਉਸ ਤੋਂ ਕਿਤੇ ਵੱਧ ਪੰਜਾਬ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ 'ਚ ਵਿਦਿਆਰਥੀ ਹੈ। ਕਿੱਥੋਂ ਆਉਂਦੇ? ਕਸ਼ਮੀਰ ਤੋਂ ਆਉਂਦੇ, ਬਿਹਾਰ ਤੋਂ, UP ਤੋਂ, ਹਰਿਆਣੇ ਤੋਂ, ਹਿਮਾਚਲ ਤੋਂ। ਕੀ ਉਹ ਸਰਕਾਰੀ ਯੂਨੀਵਰਸਿਟੀਆਂ 'ਚ ਨਹੀਂ ਪੜ੍ਹ ਸਕਦੇ? ਜੇ ਤੁਸੀਂ ਸਰਕਾਰੀ ਯੂਨੀਵਰਸਿਟੀਆਂ 'ਚ ਭਰਤੀ ਨਹੀਂ ਕਰੋਗੇ ਅਧਿਆਪਕਾਂ ਦੀ, ਇਨਫਰਾਸਟ੍ਰਕਚਰ ਨਹੀਂ ਦਿਓਗੇ, ਹੋਸਟਲ ਨਹੀਂ ਦਿਓਗੇ, ਲਾਇਬ੍ਰੇਰੀ ਨਹੀਂ ਬਣਾਓਗੇ, ਤਾਂ ਆਖਰਕਾਰ ਕੀ ਹੋਏਗਾ? ਲੋਕ ਜ਼ਿਆਦਾ ਪੈਸੇ ਖਰਚ ਕੇ ਕਰਜ਼ੇ ਲੈ ਕੇ ਪ੍ਰਾਈਵੇਟ ਯੂਨੀਵਰਸਿਟੀਆਂ ਜਾਣਗੇ। ਔਰ ਅਗਰ ਤੁਸੀਂ ਰਿਸਰਚ ਕੰਪੇਅਰ ਕਰ ਲਓ ਤਾਂ ਮੈਨੂੰ ਕੋਈ ਵੀ ਦਿਖਾ ਦੇ ਕਿ ਹੁਣ ਵੀ ਇੰਨੀਆਂ ਗਰੀਬ ਹੋ ਗਈਆਂ ਪਬਲਿਕ ਯੂਨੀਵਰਸਿਟੀਜ਼ ਔਰ ਨਵੀਆਂ ਉੱਠੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਤੁਲਨਾ ਦੇ ਵਿੱਚ ਕਿਹੜੀਆਂ ਯੂਨੀਵਰਸਿਟੀਆਂ ਅੱਗੇ, ਕਿਹਦੇ ਵਿਦਿਆਰਥੀ ਅੱਗੇ? ਭਾਵੇਂ ਖੇਡਾਂ, ਭਾਵੇਂ ਵਿਗਿਆਨ ਹੈ, ਭਾਵੇਂ ਦਰਸ਼ਨ ਹੈ, ਭਾਵੇਂ ਸਾਹਿਤ ਹੈ, ਸਰਕਾਰੀ ਸੰਸਥਾਵਾਂ ਦੇ ਵਿਦਿਆਰਥੀ ਹੀ ਉਹਨਾਂ ਦਾ ਕੋਈ ਨਾਮ ਜਾਣਦਾ ਹੈ ਜੀ। ਸੋ ਇਹ ਇੱਕ ਸਾਜ਼ਿਸ਼ ਤਾਂ ਮੈਂ ਨਹੀਂ ਕਹਿ ਸਕਦਾ, ਲੇਕਿਨ ਇਹ ਬਹੁਤ ਗੰਭੀਰ ਤਰ੍ਹਾਂ ਦੀ ਜੀ ਓਵਰਲੁਕਿੰਗ ਹੈ, ਜਿਸ ਕਰਕੇ ਪੰਜਾਬ ਦੇ ਨੌਜਵਾਨ ਤੇ ਨੌਜਵਾਨਾਂ ਤੋਂ ਅੱਗੇ ਜਿਹੜੀ ਮਿਡਲ ਏਜ ਲੋਕ ਹੋਣਗੇ, ਬਜ਼ੁਰਗ ਬਣਨਗੇ, ਅਸੀਂ ਹਿਊਮਨ ਰਿਸੋਰਸਿਸ। ਤੁਸੀਂ ਸਮਝਦੇ ਹੋ ਇਹ ਜਿਹੜੀ ਮਤਰੇਈ ਮਾਂ ਵਾਲਾ ਸਲੂਕ ਕਹਿ ਸਕਦੇ ਆ, ਪੰਜਾਬ ਨਾਲ ਕਿਤੇ ਮਤਰੇਈ ਮਾਂ ਵਾਲਾ ਸਲੂਕ ਤਾਂ ਨਹੀਂ ਹੋ ਰਿਹਾ? ਕੁਝ ਹੋਰ ਸਟੇਟਾਂ ਪੰਜਾਬ ਦੀਆਂ ਆਪਣੀਆਂ ਸਰਕਾਰਾਂ ਚੋਂ ਲੋਕ ਤਾਕਤ 'ਚ ਰਹੇ ਹੈ ਜੀ, ਜਿਨ੍ਹਾਂ ਨੇ ਪੰਜਾਬ ਨੂੰ ਮਤਰੇਈ ਮਾਂ ਸਮਝਿਆ। ਹੋਰ ਕੀ ਕਰੋਗੇ? ਜੀ ਅਸੀਂ ਕੇਂਦਰ ਨੂੰ ਕਿਉਂ ਕਹੀਏ ਜੀ? ਇਹ ਆਪਣੇ ਮਤਲਬ ਕੇਂਦਰ ਸਰਕਾਰ ਤਾਂ ਨਹੀਂ ਕਹਿੰਦਾ ਨਾ ਕਿ ਪੰਜਾਬ ਸਰਕਾਰ ਆਪਣੀ ਯੂਨੀਵਰਸਿਟੀਆਂ ਨੂੰ, ਆਪਣੇ ਕਾਲਜਾਂ ਨੂੰ ਨਾ ਸੰਭਾਲੇ ਜੀ, ਆਪਣੇ ਹਸਪਤਾਲਾਂ ਨੂੰ ਨਾ ਸੰਭਾਲੇ, ਆਪਣੇ ਲੋਕਾਂ ਦਾ ਭਵਿੱਖ ਨਾ ਦੇਖੇ, ਕੋਈ ਨਹੀਂ ਰੋਕਦਾ ਜੀ। ਲਾਇਬ੍ਰੇਰੀਆਂ ਨੂੰ ਤੁਸੀਂ ਇਹ ਚਲਾਉਣਾ ਹੋਵੇ, ਮਤਲਬ ਪਿਛਲੀ ਵਾਰੀ ਮੈਨੂੰ ਯਾਦ ਹੈ ਕਿ ਅਕਾਲੀ ਸਰਕਾਰ ਨੇ ਇੱਕ ਵਾਰੀ ਕਿਹਾ ਸੀ ਕਿ ਲਾਇਬ੍ਰੇਰੀ ਦੀ ਪਾਲਿਸੀ ਬਣਾਉਣੀ ਹੈ, ਸਾਰਾ ਕੰਮ ਵਿੱਚ ਹੀ ਰਹਿ ਗਿਆ, ਬਣਾਉਣ ਵਾਲੇ ਬਣਾ ਕੇ ਦੇ ਸਟੇਟਮੈਂਟ ਹੀ ਜੀ। ਉਹਨਾਂ ਨੇ ਕਿਹਾ ਸੀਗਾ ਕਿ 12,000 ਲਾਇਬ੍ਰੇਰੀਆਂ ਬਣਨੀਆਂ ਜੀ ਪਿੰਡਾਂ ਦੇ ਵਿੱਚ, ਬਣਾਓ ਬਈ। ਲੋਕ ਪੜ੍ਹਨ ਨੂੰ ਤਿਆਰ ਬੈਠੇ ਆ, ਬੜਾ ਕੁਛ ਨਹੀਂ ਕਰਦੇ। ਅਫਸੋਸ ਦੀ ਗੱਲ ਹੈ ਨਾ, ਜਦ ਕਿ ਕਿਤਾਬਾਂ ਦੇ ਵਪਾਰ ਦੇ ਵਿੱਚ ਪੰਜਾਬ ਦੇ ਵਿੱਚ ਹਰ ਇੱਕ ਪਬਲਿਸ਼ਰ ਅਮੀਰ ਹੈ ਜੀ, ਕਮਾਈ ਕਰਦਾ, ਕਿਤਾਬਾਂ ਵਿਕਦੀਆਂ ਤਾਂ ਹੀ ਕਰਦਾ ਨਾ। ਮਤਲਬ ਲੋਕ ਰੋਟੀ ਘੱਟ ਖਾਂਦੇ ਆ, ਕਿਤਾਬਾਂ ਵੱਧ ਪੜ੍ਹਦੇ ਫਿਰ ਜੀ। ਬਿਲਕੁਲ, ਮੈਂ ਐਸੇ ਵਿਦਿਆਰਥੀ ਦੇਖੇ ਆ ਜਿਹੜੇ 3 ਵਾਰ ਦੀ ਬਜਾਏ 2 ਵਾਰੀ ਖਾਣਾ ਖਾਣ ਕੇ ਪੈਸੇ ਬਚਾ ਕੇ ਮਹੀਨੇ ਬਾਅਦ ਕਿਤਾਬ ਖਰੀਦਦੇ। ਉਹਨਾਂ ਨੂੰ ਉਹਨਾਂ ਦੀ ਬਾਂਹ ਫੜਨ ਦੀ ਲੋੜ ਹੈ ਨਾ ਜੀ। ਬਿਲਕੁਲ, ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਸਾਰਾ ਜਿਹੜਾ ਦਾਰਮਦਾਰ ਆ, ਜੇ ਸਾਰੀ ਸਮੱਸਿਆ ਦਾ ਜਿਹੜਾ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰਾਂ 'ਤੇ ਵੱਧ ਪੈਂਦੀ ਆ, ਜਿਨ੍ਹਾਂ ਨੇ ਗ੍ਰਾਂਟਾਂ ਨਹੀਂ ਦਿੱਤੀਆਂ, ਜਿਨ੍ਹਾਂ ਨੇ ਕੋਈ ਸਿਸਟਮ ਨਹੀਂ ਬਣਾਇਆ, ਜਿਨ੍ਹਾਂ ਨੇ ਕੋਈ ਅਧਿਆਪਕ ਚੰਗੇ ਜਿਹੜੇ ਆ ਉਹਨਾਂ ਨੂੰ ਸੈਲਰੀਜ਼ ਜਿਹੜੀਆਂ ਉਹ ਹਾਲੇ ਤੱਕ ਠੀਕ ਨਹੀਂ ਦਿੱਤੀਆਂ ਜੋ ਉਹ ਡਿਜ਼ਰਵ ਕਰਦੇ ਸੀ, ਤੇ ਬਹੁਤ ਸਾਰੀਆਂ ਹੋਰ ਤਰੁੱਟੀਆਂ ਹੈਗੀਆਂ ਜਿਹੜੇ ਫਰਾਡ ਹੈ, ਐਜੂਕੇਸ਼ਨ ਸਿਸਟਮ ਜਿਹੜੇ ਐਜੂਕੇਸ਼ਨ ਸਕੈਮ ਹੋਏ ਜੀ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ ਜੀ। ਹਿਮਾਚਲ ਨੇ ਹਾਇਰ ਐਜੂਕੇਸ਼ਨ ਕਮਿਸ਼ਨ ਬਣਾਇਆ ਹੋਇਆ ਹੈ ਜੀ, ਜਿਹੜਾ ਮੋਰ ਔਰ ਲੈਸ ਆਟੋਨੋਮਸ ਹੈ, ਪੰਜਾਬ ਵੀ ਬਣਾ ਸਕਦਾ ਹੈ। ਫਿਰ ਇਸੇ ਤਰ੍ਹਾਂ ਸਰਕਾਰਾਂ ਇਹ ਕਹਿ ਸਕਦੀਆਂ ਜੀ ਕਿ ਬੁੱਧੀਜੀਵੀ ਕੀ ਕਰਦੇ ਹੈ, ਜਨਤਾ ਕੀ ਕਰਦੀ ਹੈ, ਲੋਕ ਕੀ ਕਰਦੇ ਹੈ। ਸਰਕਾਰ ਇਹ ਤਾਂ ਕਰ ਸਕਦੀ ਹੈ ਨਾ ਕਿ ਸੰਸਥਾਵਾਂ ਖੜੀਆਂ ਕਰੇ ਜਿਹਦੇ 'ਚ ਆਮ ਲੋਕਾਂ ਨੂੰ, ਬੁੱਧੀਜੀਵੀਆਂ ਨੂੰ, ਲੇਖਕਾਂ ਨੂੰ, ਚਿੰਤਕਾਂ ਨੂੰ, ਵਿਗਿਆਨੀਆਂ ਨੂੰ ਸ਼ਾਮਲ ਕਰਕੇ ਲੋਕਾਂ ਦੇ ਰਾਏ ਲੈਣ। ਜੇ ਤੁਸੀਂ ਬਜਟ ਦੀ ਰਾਏ ਮੰਗ ਸਕਦੇ ਹੋ ਤਾਂ ਕੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੀ ਰਾਏ ਨਹੀਂ ਲਈ ਜਾ ਸਕਦੀ?
ਸਰਕਾਰਾਂ ਕਰ ਸਕਦੀਆਂ, ਸਰਕਾਰਾਂ ਕੋਲ ਵਸੀਲੇ ਹੈ, ਆਮ ਆਦਮੀ ਕੋਲ ਨਹੀਂ ਹੈ, ਮੇਰੇ ਤੁਹਾਡੇ ਕੋਲ ਨਹੀਂ ਹੈ। ਮੈਂ ਇਹ ਦੇਖਦਾ ਜੀ 75 ਸਾਲਾਂ 'ਚ ਜੇ ਕੋਈ ਸਿੱਖਿਆ ਮੰਤਰੀ ਆਇਆ, ਬਹੁਤ ਘੱਟ ਸਿੱਖਿਆ ਮੰਤਰੀ ਜਿਹੜੇ ਆ ਉਹ ਪੜ੍ਹੇ ਲਿਖੇ ਹੁੰਦੇ ਆ। ਤੇ ਮੈਂ ਤੇ ਬੜਾ ਹੈਰਾਨ ਹੁੰਦਾ ਜਦੋਂ ਪਤਾ ਲੱਗਦਾ ਕਿ ਉਹਦੀ ਆਪਣੀ ਐਜੂਕੇਸ਼ਨ ਇੰਨੀ ਨਹੀਂ ਹੁੰਦੀ ਤੇ ਉਹਨੂੰ ਲਾਇਆ ਹੁੰਦਾ ਉਹਨਾਂ ਨੇ ਐਜੂਕੇਸ਼ਨ ਮਿਨਿਸਟਰ। ਤੇ ਉਹਦੀ ਸੋਚ ਹੀ ਉਨੀ ਕੁ ਹੋਣੀ ਆ ਕਿ ਉਹਨਾਂ ਨੇ ਹੋਰ ਕੀ ਉਹਦਾ ਉਪਰਾਲਾ ਕਰਨਾ ਕਿ ਆਪਣੇ ਜਿਹੜਾ ਪੱਧਰ ਆ ਉਹਨੂੰ ਹੋਰ ਉੱਤੇ ਲੈ ਕੇ ਜਾਇਆ ਜਾ ਸਕੇ। ਐਡਵਾਈਜ਼ਰੀ ਗਰੁੱਪ ਬਣਾਏ ਜਾ ਸਕਦੇ ਜੀ ਬਿਲਕੁਲ, ਲੇਕਿਨ ਉਹ ਨਹੀਂ ਹੁੰਦੇ, ਨਹੀਂ ਹੋ ਰਿਹਾ, ਕੋਈ ਸਿਸਟਮ ਹੈ ਨਹੀਂਗਾ ਜੀ। ਤੁਸੀਂ ਬਹੁਤ ਕੰਮ ਦੀਆਂ ਗੱਲਾਂ ਅੱਜ ਸਾਡੇ ਨਾਲ ਸਾਂਝੀਆਂ ਕਰਕੇ ਚੱਲੇ ਹੋ। ਸਾਨੂੰ ਆਪ ਬਾਹਰ ਬੈਠਿਆਂ ਨੂੰ, ਜਿਹੜਾ ਅਸੀਂ ਅਮਰੀਕਾ ਕੈਨੇਡਾ 'ਚ ਬੈਠੇ ਆ, ਸਾਨੂੰ ਆਪ ਦੁੱਖ ਹੁੰਦਾ ਕਿ ਸਾਡਾ ਜਿਹੜਾ ਸਿਸਟਮ ਆ, ਚਾਹੇ ਉਹ ਖੇਡਾਂ ਦਾ, ਚਾਹੇ ਉਹ ਐਜੂਕੇਸ਼ਨ ਦਾ, ਚਾਹੇ ਕੋਈ ਹੋਰ ਆ, ਚਾਹੇ ਕੁਛ ਵੀ ਹੈ, ਪਰ ਸਿਸਟਮ ਜਿਹੜਾ ਉਹ ਇਸ ਵੇਲੇ ਬਿਲਕੁਲ ਠੀਕ ਨਹੀਂ ਚੱਲ ਰਿਹਾ, ਜਿਸ ਦੇ ਲਈ ਜਿਹੜੇ ਪ੍ਰਵਾਸੀ ਜਿਹੜੇ ਸਾਡੇ ਹੈਗੇ ਆ ਉਹ ਜ਼ਿਆਦਾ ਚਿੰਤਤ ਆ ਤੇ ਚਾਹੁੰਦੇ ਆ ਕਿ ਇਹ ਜਿਹੜਾ ਸਿਸਟਮ ਆ ਉਹ ਠੀਕ ਹੋ ਜੇ। ਰਜੇਸ਼ ਸ਼ਰਮਾ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ, ਬਹੁਤ ਕੰਮ ਦੀਆਂ ਗੱਲਾਂ ਸਾਨੂੰ ਦੱਸ ਕੇ ਸਾਡੇ ਨਾਲ ਸਾਂਝੀਆਂ ਕਰਕੇ ਚੱਲੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ।